ਜਿਵੇਂ ਕਿ ਇਸ ਅਸ਼ਟਪਦੀ ਦਾ ਅੱਧਾ ਹਿੱਸਾ ਅੱਜ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਇਸ ਬਾਣੀ ਵਿੱਚ, ਇਸ ਅਸ਼ਟਪਦੀ ਵਿੱਚ ਵਾਰ-ਵਾਰ, ਬਹੁਤੀ ਵਾਰ ਇੱਕ ਸ਼ਬਦ ਵਰਤਿਆ ਹੈ, ਸੰਤ ਕਾ ਦੋਖੀ। ਜਦ ਕਿ ਸ਼ਲੋਕ ਵਿੱਚ ਨਿੰਦਕ ਦਾ ਜ਼ਿਕਰ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਨਿੰਦਕ ਨੂੰ ਤੇ ਜਨਮ ਬਹੁਤ ਸਾਰੇ ਮਿਲਦੇ ਹਨ। ਇਹ ਦੋ ਚੀਜ਼ਾਂ ਹਨ, ਦੋਖੀ ਔਰ ਨਿੰਦਕ। ਨਿੰਦਕ ਦਾ ਮਤਲਬ ਹੈ ਜੋ ਸਾਧੂ ਦੀ ਨਿੰਦਾ, ਗੁਰਮੁਖਾਂ ਦੀ ਨਿੰਦਾ ਮੂੰਹ ਤੋਂ ਬੋਲ ਕੇ ਕਰਦਾ ਹੈ। ਦੋਖੀ ਦਾ ਭਾਵ ਹੈ ਜੋ ਮੂੰਹੋਂ ਨਹੀਂ ਬੋਲਦਾ, ਮਨ ਵਿੱਚ ਈਰਖਾ ਰੱਖਦਾ ਹੈ, ਮਨ ਵਿੱਚ ਇੱਕ ਸੁਭਾਅ ਹੈ। ਇਹਦੇ ਵਧਣ ਨਾਲ ਇਹ ਇੱਕ ਅਗਨੀ ਹੈ, ਈਰਖਾ ਜਿਹੜੀ ਹੈ। ਨਿੰਦਿਆ ਦਾ ਅਰਥ ਹੋਰ ਹੈ, ਦੋਖੀ ਦਾ ਹੋਰ ਅਰਥ ਹੈ। ਦੋਖੀ ਦਾ ਅਰਥ ਹੈ ਈਰਖਾਲੂ, ਅੰਦਰੋਂ ਸੜਦੇ ਰਹਿਣਾ, ਭੁੱਜਦੇ ਰਹਿਣਾ, ਕਿਸੇ ਦੇ ਗੁਣ ਵੇਖ ਕੇ ਉਸ ਨੂੰ ਬਰਦਾਸ਼ਤ ਨਾ ਕਰਨਾ। ਇੰਨੀ ਦੁਰਦਸ਼ਾ ਇਸ ਅਸ਼ਟਪਦੀ ਵਿੱਚ ਲਿਖੀ ਹੋਈ ਹੈ ਈਰਖਾਲੂ ਮਨੁੱਖ ਦੀ, ਜੋ ਸਾਧੂ ਦਾ, ਨਾਮ ਜਪਣ ਵਾਲੇ ਦਾ, ਗੁਰਸਿੱਖਾਂ ਦਾ ਈਰਖਾਲੂ ਹੈ। ਔਰ ਇਸ ਰੋਗ ਤੋਂ ਜੋ ਵੇਖਣ ਵਿੱਚ ਆਇਆ, ਸਾਧੂਆਂ ਦੀ ਈਰਖਾ ਸੰਸਾਰੀ ਘੱਟ ਕਰਦੇ ਨੇ, ਧਾਰਮਿਕ ਤਬਕੇ ਵਿੱਚ ਜ਼ਿਆਦਾ ਹੈ। ਜੇ ਮੁਤਾਲਿਆ ਕੀਤਾ ਜਾਏ, ਖੋਜਿਆ ਜਾਏ, ਲੱਭਿਆ ਜਾਏ, ਸੰਸਾਰੀ ਵਿੱਚ ਇਹ ਈਰਖਾ ਬੜੀ ਘੱਟ ਮਿਲੇਗੀ। ਕੋਈ ਵਿਰਲਾ ਹੀ ਹੈ ਸੰਸਾਰੀ ਜਿਹੜਾ ਧਰਮ ਦੇ ਮਾਰਗ 'ਤੇ ਤੁਰਿਆ ਨਹੀਂ, ਉਹ ਕਿਸੇ ਸਾਧੂ ਦੀ, ਗੁਰਮੁਖਾਂ ਦੀ ਈਰਖਾ ਕਰਦਾ ਹੋਵੇ। ਪਰ ਇਹ ਰੋਗ ਧਾਰਮਿਕ ਜਗਤ ਵਿੱਚ ਬੜਾ ਹੈ। ਇਹਦਾ ਇੱਕ ਬਹੁਤ ਵੱਡਾ ਕਾਰਨ ਹੈ, ਜਦੋਂ ਧਰਮ ਦੇ ਮਾਰਗ 'ਤੇ ਮਨੁੱਖ ਆਰੰਭ ਵਿੱਚ ਮਰਿਆਦਕ ਹੁੰਦਾ ਹੈ, ਉਹਨੂੰ ਇੱਕ ਚੀਜ਼ ਸਿਖਾਈ ਜਾਂਦੀ, ਉਹਨੂੰ ਕਹਿੰਦੇ ਨੇ ਕੱਟੜਤਾ, ਦ੍ਰਿੜਤਾ। ਉਹਦੇ ਤੋਂ ਬਿਨਾਂ ਉਹ ਆਰੰਭ ਨਹੀਂ ਕਰਦਾ। ਦ੍ਰਿੜਤਾ ਸਿਖਾਈ ਜਾਂਦੀ, ਤੂੰ ਪਰਪੱਕ ਰਹਿਣਾ, ਤੂੰ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਪਹਿਨਣਾ ਹੈ, ਇਸ ਤਰ੍ਹਾਂ ਵੇਖਣਾ। ਉਹਦੇ ਨਾਲ ਉਹਨੂੰ ਇੱਕ ਚੀਜ਼ ਸਮਝਾਉਣ ਵਾਲੇ ਭੁੱਲ ਜਾਂਦੇ ਨੇ ਕਿ ਵੀ ਇਹਦੀ ਲੋੜ ਕੁਝ ਸਮੇਂ ਤੱਕ, ਇਸ ਦ੍ਰਿੜਤਾ ਦੀ, ਇਸ ਕੱਟੜਤਾ ਦੀ ਕਿਸੇ ਹੱਦ ਤੱਕ ਲੋੜ ਹੈ। ਸਮਾਂ ਪਾ ਕੇ ਤੂੰ ਅੰਦਰੋਂ ਨਰਮਾਈ ਵਿੱਚ ਜਾਣਾ, ਢਲਿਆਈ ਵਿੱਚ ਜਾਣਾ। ਪਰ ਉਹ ਨਰਮਾਈ ਭੁੱਲ ਜਾਂਦੀ ਹੈ। ਧਰਮ ਦੇ ਆਰੰਭ ਵਿੱਚ ਬੰਦਾ ਇੰਨਾ ਸਖਤ ਹੋ ਜਾਂਦਾ, ਕੱਟੜ ਹੋ ਜਾਂਦਾ ਹੈ, ਇਉਂ ਸਮਝੋ ਕਿ ਉਹ ਆਪਣੇ ਨਾਲ ਦੇ ਤੁਰਨ ਵਾਲੇ ਧਾਰਮਿਕ ਲੋਕਾਂ ਨੂੰ ਆਪਣੇ ਤੋਂ ਨੀਵਾਂ ਸਮਝਣ ਲੱਗ ਪੈਂਦਾ। ਇਹਦੇ ਤੋਂ 60-70% ਧਾਰਮਿਕ ਬੰਦੇ ਪੀੜਤ ਨੇ ਕਿ ਉਹ ਜਦੋਂ ਧਰਮ ਦੇ ਮਾਰਗ 'ਤੇ ਤੁਰੇ ਨੇ ਤੇ ਧਾਰਮਿਕ ਜਗਤ ਵਿੱਚ ਉਹਨਾਂ ਨੂੰ ਉਹ ਕਕਾਰ ਦਿੱਤੇ ਗਏ, ਚਿੰਨ੍ਹ ਦਿੱਤੇ ਗਏ। ਉਹਨਾਂ ਦਾ ਇੱਕ ਨਵਾਂ ਨਸ਼ਾ ਹੁੰਦਾ ਹੈ ਧਰਮ ਦੇ ਆਰੰਭ ਵਿੱਚ। ਜਿਵੇਂ ਫਰੀਦ ਸਾਹਿਬ ਕਹਿੰਦੇ ਨੇ ਕਿ ਅਜੇ ਤਾਂ ਆਰੰਭਤਾ ਹੋਈ ਹੈ। ਜਿਵੇਂ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਸੁਹਾਗ ਦੀਆਂ ਦਿੱਤੀਆਂ ਨੇ, ਕਹਿੰਦੇ ਅਜੇ ਤਾਂ ਆਰੰਭਤਾ ਹੈ। ਜਾਂ ਕਬੀਰ ਸਾਹਿਬ ਕਹਿੰਦੇ ਨੇ, ਉਹ ਘੁੰਗਟ ਦੀ ਗੱਲ ਕਰਦੇ ਨੇ, ਘੁੰਡ ਦੀ ਗੱਲ ਕਰਦੇ ਨੇ, ਸੁਹਾਗਣ ਦੀ ਗੱਲ ਕਰਦੇ ਨੇ। ਕਹਿੰਦੇ ਅਜੇ ਤਾਂ ਨਵੀਂ ਗੱਲ ਚੱਲੀ, ਅਜੇ ਪੰਧ ਬੜੀ ਦੂਰ। ਜਿਹੜੇ ਰਾਹ 'ਤੇ ਤੂੰ ਤੁਰਨਾ ਹੈ, ਜਿਵੇਂ ਨਵੀਂ ਸ਼ਾਦੀ ਹੋਵੇ ਤੇ ਸਾਧ ਸੰਗਤ, ਤੁਹਾਨੂੰ ਪਤਾ ਹੈ, ਪਹਿਨਾਉਣ ਵਾਸਤੇ ਕੱਪੜੇ ਵੀ ਬਹੁਤ ਮਿਲਦੇ ਨੇ। ਸ਼ੁਰੂ ਵਿੱਚ ਜਿੱਥੇ ਬੰਦਾ ਜਾਂਦਾ ਹੈ, ਰਿਸ਼ਤੇਦਾਰਾਂ ਕੋਲੋਂ 4 ਪੈਸੇ ਵੀ ਦਿੰਦਾ ਹੈ। 1 ਸਾਲ 2 ਸਾਲ ਇਹ ਸਾਰਾ ਕੁਝ ਸਿਲਸਿਲਾ ਚੱਲਦਾ ਹੈ। ਸਾਰੀਆਂ ਚੀਜ਼ਾਂ, ਵਰਤਣ ਵਾਲਾ ਸਾਜੋ ਸਮਾਨ ਬੜਾ ਵਧੀਆ, ਰਸੋਈ ਦਾ ਸਮਾਨ, ਬਹਿਣ ਖਲੋਣ ਲਈ ਸਵਾਰੀਆਂ ਬਹੁਤ ਵਧੀਆ ਹੁੰਦੀਆਂ।
ਪਰ ਉਹ ਇਸ ਚੀਜ਼ ਨੂੰ ਭੁੱਲ ਜਾਂਦਾ ਵੀ ਇਹ ਦਿਨੋਂ ਦਿਨ ਪੁਰਾਣੀਆਂ ਹੁੰਦੀਆਂ ਜਾਂਦੀਆਂ। ਸਾਲ ਦੋ ਬਾਅਦ ਫਿਰ ਸਹਿਜੇ ਸਹਿਜੇ ਜਿਉਂ-ਜਿਉਂ ਸਾਧਨ ਘਟਦੇ ਨੇ ਤਿਉਂ-ਤਿਉਂ ਉਹ ਜਿਹੜਾ ਇੱਕ ਚਾਅ ਤੇ ਮਲਾਰ ਹੈ ਉਹਦੇ ਵਿੱਚ ਘਾਟਾ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਧਾਰਮਿਕ ਜਗਤ ਦੇ ਵਿੱਚ ਇਹ ਚੀਜ਼ਾਂ ਜਦੋਂ ਨਵੀਆਂ ਕੋਈ ਧਰਮ ਦੇ ਮਾਰਗ ਤੇ ਤੁਰਦਾ ਹੈ ਤੇ ਜ਼ਰੂਰੀ ਹੈ ਕਿ ਉਹਨੂੰ ਧਰਮ ਦੇ ਚਿੰਨ੍ਹ ਦਿੱਤੇ ਜਾਣ। ਜਿਵੇਂ ਹਿੰਦੂ ਮੱਤ ਵਿੱਚ ਉਹਨਾਂ ਨੂੰ ਜਨੇਊ ਦਿੱਤਾ ਜਾਂਦਾ, ਜਿਵੇਂ ਮੁਸਲਮਾਨ ਮੱਤ ਵਿੱਚ ਉਹਨਾਂ ਨੂੰ ਸੁੰਨਤ ਦਿੱਤੀ ਜਾਂਦੀ, ਨਮਾਜ਼ ਦਿੱਤੀ ਜਾਂਦੀ, ਜਿਵੇਂ ਗੁਰਸਿੱਖੀ ਵਿੱਚ ਸਾਨੂੰ 5 ਕਕਾਰ ਦਿੱਤੇ ਜਾਂਦੇ ਨੇ। ਪਰ ਜੇ ਤਾਂ ਉਹਨਾਂ ਨੂੰ ਪ੍ਰਾਪਤ ਕਰਕੇ ਮਨੁੱਖ ਸ਼ਬਦ ਦੀ ਕਮਾਈ ਕਰੇ ਤੇ ਸਹਿਜੇ ਸਹਿਜੇ ਅੰਦਰੋਂ ਅਮੀਰ ਹੋਣਾ ਸ਼ੁਰੂ ਹੋ ਜਾਏ, ਉਹਦੀ ਪੂੰਜੀ ਵਧੇਗੀ ਤੇ ਉਹ ਆਪਣੇ ਮਾਰਗ ਤੇ ਤੁਰ ਪਏਗਾ। ਤੇ ਜੇ ਇਕੱਲੇ ਸਾਧ ਸੰਗਤ ਚਿੰਨ੍ਹਾਂ ਦੇ ਉੱਤੇ ਖੜਾ ਹੋ ਗਿਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਵਚਨ ਕਿਹਾ ਹੈ ਸਾਉਣ ਦੇ ਮਹੀਨੇ ਦੇ ਸੰਬੰਧ ਵਿੱਚ, ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਣੋਗੇ। ਉਹ ਕਹਿੰਦੇ ਨੇ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤੈਨੂੰ ਲੋਭੀ ਲੋਭ ਲੋਭਾਇਆ। ਇਹ ਇੱਕ ਧਾਰਮਿਕ ਮਨੁੱਖ ਨੂੰ ਉਪਦੇਸ਼ ਦੇ ਰਹੇ ਨੇ, ਉਦਾਹਰਨ ਦੇ ਰਹੇ ਨੇ ਸਾਉਣ ਦੇ ਮਹੀਨੇ ਦੀ ਤੇ ਸੁਹਾਗਣ ਦੀ। ਜਿਹਨੇ ਚੂੜਾ ਪਾਇਆ ਬੜੇ ਸੋਹਣੇ ਪਲੰਘ ਤੇ ਬੈਠੀ। ਇਸ ਤਰ੍ਹਾਂ ਇੱਕ ਧਾਰਮਿਕ ਲਿਬਾਸ ਪਾਉਣ ਵਾਲੇ ਨੂੰ ਕਹਿੰਦੇ ਨੇ ਜੇ ਤੈਨੂੰ ਆਪਣੇ ਪਰਮਾਤਮਾ ਪਤੀ ਨਾਲ ਤੇਰਾ ਸਨੇਹ ਨਹੀਂ ਜਾਗਿਆ ਤੇ ਤੂੰ ਆਪਣੇ ਚੂੜੇ ਨੂੰ ਭੰਨ ਦੇ ਤੇ ਆਪਣੇ ਪਲੰਘ ਦੀ ਬਾਹੀ ਨੂੰ ਤੋੜ ਦੇ ਬਾਂਹ ਮਾਰ ਕੇ। ਸਾਹਿਬ ਦਾ ਬਚਨ ਇਸੇ ਸ਼ਬਦ ਵਿੱਚ ਆਏਗਾ, ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹਾ, ਏਤੇ ਵੇਸ਼ ਕਰੇਂਦੀਏ ਮੁਈਏ ਸੌ ਰਾਤੋਂ ਅਵਰਾਹ। ਆਪਣੇ ਹੱਥਾਂ ਵਿੱਚ ਪਾਏ ਹੋਏ ਚੂੜੇ ਵਾਲੀ ਬਾਂਹ ਨੂੰ ਤੂੰ ਪਲੰਘ ਦੀ ਬਾਹੀ ਨੂੰ ਮਾਰ ਕੇ ਤੋੜ ਦੇ ਭੰਨ ਦੇ। ਸਣ ਬਾਹੀ ਸਣ ਬਾਹਾਂ, ਇਨ ਚੂੜੇ ਨੂੰ ਵੀ ਤੋੜ ਦੇ ਤੇ ਪਲੰਘ ਨੂੰ ਵੀ ਤੋੜ ਦੇ। ਇਹਦਾ ਭਾਵ ਕੀ ਹੈ? ਇਹਦਾ ਭਾਵ ਹੈ ਧਾਰਮਿਕ ਚਿੰਨ੍ਹ ਜਿਹੜੇ ਨੇ। ਇੱਥੇ ਚੂੜਾ ਸਿਰਫ ਅਲੰਕਾਰ ਵਰਤਿਆ, ਇਸ਼ਾਰਾ ਕੀਤਾ ਹੈ, ਕਿਉਂਕਿ ਇਸ ਮਾਰਗ ਤੇ ਮੈਂ ਤਾਂ ਇਹ ਵਿਸ਼ਾ ਵਿੱਚ ਲੈ ਰਿਹਾ ਵੀ ਅਸੀਂ ਈਰਖਾ ਵਿੱਚ ਕਦੋਂ ਜਾਂਦੇ ਹਾਂ, ਖਿਆਲ ਰੱਖਣਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਇਸ ਅਸ਼ਟਪਦੀ ਨੂੰ ਪੜ੍ਹਦਿਆਂ ਸਾਨੂੰ ਭੁਲੇਖਾ ਪਏਗਾ ਵੀ ਸੰਤ ਕਾ ਨਿੰਦਕ ਹੋਰ ਹੈ ਕੋਈ, ਸੰਤ ਕਾ ਦੋਖੀ ਕੋਈ ਹੋਰ ਹੈ, ਦੂਜੇ ਤੇ ਮੜਾਂਗੇ ਅਸੀਂ। ਕਿਤੇ ਭੁੱਲ ਭੁਲੇਖੇ ਵਿੱਚ ਆਪਾਂ ਇਸ ਮਾਰਗ ਤੇ ਨਹੀਂ ਤੁਰਦੇ ਅੰਦਰੋਂ। ਤੇ ਮੈਂ ਬੇਨਤੀ ਕੀਤੀ ਸੀ ਇਹ ਸਹਿਜੇ ਹੀ ਇੱਕ ਪਾਪ ਹੋ ਜਾਂਦਾ ਸਾਡੇ ਵੱਲੋਂ ਜਦੋਂ ਅਸੀਂ ਧਾਰਮਿਕ ਜਗਤ ਵਿੱਚ ਆਮ ਬੰਦੇ ਨਾਲ ਈਰਖਾ ਕਰਨ ਲੱਗ ਪੈਂਦੇ। ਖਿਆਲ ਰੱਖਣਾ, ਇਹਦੇ ਵਿੱਚ ਬੜਾ ਵੱਡਾ ਉਪਦੇਸ਼ ਹੈ। ਇੱਥੇ ਸੰਤ ਦੇ ਅਰਥ ਕੀ ਨੇ? ਮੈਂ ਉਸ ਰਾਹ 'ਤੇ ਨਹੀਂ ਜਾਣਾ ਚਾਹੁੰਦਾ ਵੀ ਸੰਤ ਕਿਹਨੂੰ ਕਿਹਾ। ਪਹਿਲਾਂ ਮੈਂ ਇੱਕ ਦਿਨ ਸ਼ਾਇਦ ਪਹਿਲੇ ਦਿਨ ਬੇਨਤੀ ਕਰ ਵੀ ਦਿੱਤੀ ਸੀ। ਸੰਤ ਸਾਧ ਸੰਗਤ ਕੋਈ ਪਤਾ ਨਹੀਂ, ਆਮ ਸਿੱਧੇ ਸਾਦੇ ਕੱਪੜਿਆਂ ਵਿੱਚ ਭਾਂਡੇ ਮਾਂਜਦਾ ਹੋਵੇ, ਕਿਤੇ ਝਾੜੂ ਫੇਰਦਾ ਹੋਵੇ, ਕਿਤੇ ਕੱਪੜੇ ਪਾਟੇ ਹੋਣ, ਕੋਈ ਜ਼ਰੂਰੀ ਨਹੀਂ ਉਹ ਕਿਵੇਂ ਦੇ ਲਿਬਾਸ ਵਾਲਾ। ਕਈ ਵਾਰੀ ਅਸੀਂ ਭੇਸ ਪਾ ਕੇ ਆਮ ਬੰਦੇ ਨੂੰ ਸਾਧ ਸੰਗਤ ਠੁਕਰਾ ਦਿੰਦੇ ਹਾਂ। ਇਹੀ ਵਾਪਰਿਆ ਸੀ ਬੁੱਧੂ ਜਿਸ ਦਾ ਆਵਾ ਕੱਚਾ ਨਿਕਲਿਆ ਸੀ। ਜਿਹੜਾ ਬੁੱਧੂ ਸੀ ਅਮੀਰ ਆਦਮੀ ਸੀ, ਚੰਗੇ ਕੱਪੜੇ ਪਾਉਂਦਾ ਸੀ, ਗੁਰੂ ਅਰਜਨ ਦੇਵ ਜੀ ਦੇ ਬਹੁਤ ਨੇੜੇ ਸੀ ਤੇ ਕਮਲੀਏ ਦੇ ਕੱਪੜੇ ਬਹੁਤ ਸਿੱਧੇ ਸਨ। ਕੱਪੜੇ ਵੇਖ ਕੇ ਉਹਦੇ ਨਾਲ ਸਾਧ ਸੰਗਤ ਪੰਜਾ ਲੈ ਬੈਠਾ, ਪਰ ਉਹਦਾ ਮੁੱਲ ਬਹੁਤ ਲੰਬਾ ਤਾਰਨਾ ਪਿਆ। ਇਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ ਸਾਡੇ ਵਿੱਚ ਹੀ ਇਹ ਕਿਤੇ ਨੁਕਸ ਨਾ ਆ ਜਾਏ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸੁਚੇਤ ਕੀਤਾ ਵੀ ਤੂੰ ਈਰਖਾ ਦੀ ਦੁਨੀਆ ਤੋਂ ਬਚ ਕੇ ਰਹੀਂ। ਕਿਸੇ ਵੀ ਧਾਰਮਿਕ ਮਨੁੱਖ ਨਾਲ, ਕਿਸੇ ਆਪਣੇ ਤੋਂ ਨੀਵੇਂ ਨਾਲ, ਆਪਣੇ ਤੋਂ ਉੱਚੇ ਨਾਲ ਕਦੀ ਈਰਖਾ ਨਾ ਕਰੀ, ਕਿਉਂਕਿ ਇਹ ਅਗਨੀ ਤੇਰੇ ਜੀਵਨ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਕਿਸੇ ਨੇ ਬੜਾ ਸੁੰਦਰ ਲਿਖਿਆ ਕਿ ਤੁਸੀਂ ਵੇਖਿਆ ਹੋਵੇਗਾ ਇੱਕ ਸਾਧ ਸੰਗਤ ਭੰਬਟ ਹੁੰਦਾ ਜਿਹੜਾ ਦੀਵਾ ਜਗੇ ਤੇ ਉੱਤੇ ਆਣ ਕੇ ਡਿੱਗ ਕੇ ਆਪਣੇ ਆਪ ਨੂੰ ਸਾੜਦਾ, ਦੀਵੇ ਦੇ ਉੱਤੇ ਛਾਲ ਮਾਰ ਦਿੰਦਾ ਜਿਹੜਾ ਪਤੰਗਾ ਹੈ। ਤੇ ਇੱਕ ਤੁਸੀਂ ਆਮ ਤੌਰ ਤੇ ਜੁਗਨੂੰ ਵੇਖੋਗੇ ਹਨੇਰੀਆਂ ਰਾਤਾਂ ਵਿੱਚ, ਸਾਉਣ ਭਾਦਰੋਂ ਦੇ ਦਿਨਾਂ ਵਿੱਚ ਜਿਹੜਾ ਰਾਤ ਨੂੰ ਹਨੇਰੀ ਰਾਤ ਵਿੱਚ ਉੱਡਦਾ ਹੈ
ਅਕਾਲ ਪੁਰਖ ਨੇ ਉਹਦੇ ਸਰੀਰ ਦੀ ਰਚਨਾ ਐਸੀ ਕੀਤੀ ਹੈ ਕਿ ਉਹਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ, ਚਾਨਣ ਨਿਕਲਦਾ। ਜਦੋਂ ਮੂੰਹ ਖੋਲ੍ਹਦਾ ਨਾ, ਉਹਦੇ ਮੂੰਹ ਵਿੱਚੋਂ ਚਾਨਣ ਬਾਹਰ ਨੂੰ ਆਉਂਦਾ। ਇਹਨਾਂ ਦੋਵਾਂ ਦਾ ਸੰਵਾਦ ਇੱਕ ਸੱਜਣ ਨੇ ਬਹੁਤ ਸੋਹਣਾ ਲਿਖਿਆ। ਕਹਿੰਦੇ ਨੇ ਪਤੰਗਾ ਜਾ ਰਿਹਾ ਸੀ ਤੇ ਜੁਗਨੂ ਕੋਲੋਂ ਲੰਘਿਆ, ਉਹਦੇ ਮੂੰਹ ਵਿੱਚੋਂ ਅੱਗ ਸੜ ਨਿਕਲਦੀ ਸੀ, ਚਾਨਣ ਨਿਕਲਦਾ ਸੀ। ਟਟੈਣਾ ਉਸ ਨੂੰ ਬੱਚੇ ਆਮ ਤੌਰ ਤੇ ਵੇਖਦੇ ਨੇ ਰਾਤ ਨੂੰ, ਉਹਦਾ ਮੂੰਹ ਜਗਦਾ। ਤਾਂ ਉਹ ਜਿਹੜਾ ਟਟੈਣਾ ਹੈ ਨਾ, ਉਹਨੂੰ ਪਤੰਗਾ ਕਹਿੰਦਾ। ਪਤੰਗਾ ਤੁਸੀਂ ਵੇਖਿਆ ਹੋਵੇਗਾ, ਭੰਬਟ ਇੱਕ ਕੀੜਾ ਜਿਹੜਾ ਦੀਵੇ ਤੇ ਸੜਦਾ। ਉਹ ਪਤੰਗਾ ਉਸ ਟਟੈਣੇ ਨੂੰ ਕਹਿੰਦਾ ਹੈ ਵੀ ਤੇਰਾ ਵੀ ਕੋਈ ਜੀਵਨ ਹੈ, ਤੇਰੇ ਅੰਦਰੋਂ ਅੱਗ ਨਿਕਲਦੀ, ਤੂੰ ਆਪਣੀ ਅੱਗ ਨਾਲ ਸੜਦਾ ਰਹਿੰਦਾ। ਉਹਨੇ ਇੱਕ ਤਰ੍ਹਾਂ ਨਾਲ ਉਸ ਨੂੰ ਮਖੌਲ ਕੀਤਾ, ਇੱਕ ਤਾਨਾ ਮਾਰਿਆ ਪਤੰਗੇ ਨੇ ਕਿ ਤੇਰਾ ਵੀ ਕੋਈ ਜੀਵਨ, ਤੂੰ ਆਪਣੀ ਹੀ ਅੱਗ ਨਾਲ ਅੰਦਰੋਂ ਸੜੀ ਜਾਂਦਾ, ਦਿਨ ਰਾਤ ਤੇਰੇ ਵਿੱਚੋਂ ਅਗਨੀ ਨਿਕਲਦੀ ਹੈ। ਤੇ ਉਸ ਜੁਗਨੂ ਨੇ, ਉਸ ਟਟੈਣੇ ਨੇ ਉਸ ਪਤੰਗੇ ਨੂੰ ਬੜਾ ਸੋਹਣਾ ਜਵਾਬ ਦਿੱਤਾ। ਕਹਿਣ ਲੱਗਾ, ਸੱਜਣਾ ਕੋਈ ਗੱਲ ਨਹੀਂ, ਮੈਂ ਤੇ ਆਪਣੀ ਅੱਗ ਵਿੱਚ ਹੀ ਸੜਨਾ ਨਾ, ਤੇਰਾ ਕਿਵੇਂ ਦਾ ਜੀਵਨ ਹੈ, ਤੂੰ ਤੇ ਬਗਾਨੀ ਅੱਗ ਵਿੱਚ ਜਾ ਕੇ ਸੜਨਾ, ਦੀਵੇ ਦੀ ਅੱਗ ਵਿੱਚ, ਦੂਜੀ ਅੱਗ ਵਿੱਚ। ਇਹਦਾ ਭਾਵ ਹੈ ਦੂਜੇ ਨੂੰ ਵੇਖ ਕੇ ਦੋਖ ਕਰਨਾ, ਈਰਖਾ ਕਰਨੀ, ਇਹਦੇ ਵਰਗਾ ਧਾਰਮਿਕ ਜਗਤ ਵਿੱਚ ਜਾਂ ਇਸ ਬ੍ਰਹਿਮੰਡ ਵਿੱਚ ਕੋਈ ਹੋਰ ਵੱਡਾ ਗੁਨਾਹ ਨਹੀਂ ਹੈ, ਪਾਪ ਨਹੀਂ ਹੈ। ਇਹ ਬੱਜਰ ਪਾਪ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਬਖਸ਼ੀਆਂ ਜਾ ਸਕਦੀਆਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਛੁੱਟਿਆ ਜਾ ਸਕਦਾ ਹੈ। ਤੁਸੀਂ ਕਦੀ ਵੇਖੋਗੇ ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਨਸ਼ਿਆਂ ਦੇ ਵਿਰੋਧ ਵਿੱਚ ਲਿਖਿਆ ਗਿਆ, ਪਰ ਜਿਹੜੀਆਂ ਚੀਜ਼ਾਂ ਇੱਥੇ ਲਾਗੂ ਈਰਖਾਲੂ ਮਨੁੱਖ ਤੇ ਇਸ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿੰਨੀਆਂ ਸਖਤ ਹਦਾਇਤਾਂ ਕੀਤੀਆਂ ਨੇ, ਉਹਨਾਂ ਇੱਕ ਨਿਸ਼ਚਈ ਤੇ ਨਹੀਂ, ਓਨੀਆਂ ਸਖਤ ਹਦਾਇਤਾਂ ਇੱਕ ਕਰੈਕਟਰਲੈਸ ਆਦਮੀ ਤੇ ਲਾਗੂ ਨਹੀਂ ਕੀਤੀਆਂ ਗੁਰਬਾਣੀ ਦੇ ਵਿੱਚ, ਜਿੰਨੀਆਂ ਇੱਕ ਦੋਖੀ, ਈਰਖਾਲੂ ਤੇ ਨਿੰਦਕ ਤੇ ਲਾਗੂ ਕੀਤੀਆਂ ਗਈਆਂ। ਇਸ ਕਰਕੇ ਇਹ ਜਿਹੜਾ ਸਾਧ ਸੰਗਤ ਜੀ ਈਰਖਾ ਦਾ ਇੱਕ ਰੋਗ ਹੈ, ਇਹਦੇ ਤੋਂ ਬਚਾਉਣ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੱਚਾਈ ਸਾਨੂੰ ਕਹਿ ਰਹੇ ਨੇ। ਔਰ ਸਤਿਗੁਰਾਂ ਦਾ ਇਹ ਅਸ਼ਟਪਦੀ ਉਚਾਰਨ ਦਾ ਮਤਲਬ ਸਿਰਫ ਇਤਨਾ ਹੈ, ਇਹ ਨਹੀਂ ਕਿ ਨਿੰਦਕਾਂ ਨੂੰ ਬੁਰਾ ਭਲਾ ਕਹਿਣਾ ਹੈ। ਸਿਰਫ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਦੱਸ ਰਹੇ ਨੇ ਕਿ ਮੇਰਾ ਸਿੱਖ ਜਿਹਦੇ ਅੰਤਿਸ਼ਕਰਨ ਰੂਪੀ ਬਗੀਚੇ ਵਿੱਚ ਨਾਮ ਦੀ ਬਸੰਤ ਆਉਣੀ, ਫੁੱਲ ਖਿੜਨੇ ਨੇ ਪਰਮਾਤਮਾ ਦੇ ਪ੍ਰੇਮ ਦੇ, ਇਹਦਾ ਜੀਵਨ ਹਰਾ ਭਰਾ ਹੋਣਾ ਹੈ। ਕਿਤੇ ਭੁਲੇਖੇ ਵਿੱਚ ਈਰਖਾ ਕਰਕੇ ਆਪਣੇ ਜੀਵਨ ਦੇ ਬਾਗ ਨੂੰ ਸਾੜ ਨਾ ਬਵੇ, ਕਿਉਂਕਿ ਅੱਗ ਬੜੀ ਭਿਆਨਕ ਹੈ ਈਰਖਾ ਦੀ, ਸਾੜ ਦਿੰਦੀ ਹੈ। ਇਸ ਲਈ ਕਿਸੇ ਨੇ ਕਿਹਾ ਕਿ ਨਾ ਜੀਵਨ ਅੱਗ ਨਾਲ ਸੜਦਾ ਹੈ, ਨਾ ਲੱਕੜਾਂ ਨਾਲ, ਕਿਸੇ ਚੀਜ਼ ਨਾਲ ਜੀਵਨ ਨਹੀਂ ਮਨੁੱਖ ਦਾ ਸੜਦਾ ਜਿੰਨਾ ਦੂਸਰੇ ਨਾਲ ਈਰਖਾ ਕਰਨ ਨਾਲ ਇਹ ਦਗਧ ਹੋ ਜਾਂਦਾ, ਸੜ ਜਾਂਦਾ, ਸਵਾਹ ਹੋ ਜਾਂਦਾ। ਤਾਂ ਉਸ ਈਰਖਾ ਦੇ ਸੰਬੰਧ ਵਿੱਚ ਉਹਦੇ ਤੋਂ ਸੁਚੇਤ ਕਰਦੇ ਨੇ। ਔਰ ਮੈਂ ਵੀ ਬੇਨਤੀ ਕਰਾਂ, ਇਸ ਹੀ ਦੁੱਖ ਦੇ ਕਾਰਨ ਸਾਡੇ ਜਪ ਤਪ ਜਿਹੜੇ ਨੇ ਉਹਨਾਂ ਨੂੰ ਕੋਈ ਰੰਗ ਨਹੀਂ ਲੱਗਦਾ, ਉਹਨਾਂ ਨੂੰ ਕੋਈ ਸਿੱਟਾ ਨਹੀਂ ਲੱਗਦਾ। ਇੰਨੇ ਲੰਬੇ ਲੰਬੇ ਜਪ ਤਪ, ਇੰਨੀਆਂ ਲੰਬੀਆਂ ਸੇਵਾਵਾਂ, ਇੰਨੀਆਂ ਲੰਬੀਆਂ ਯਾਤਰਾਵਾਂ, ਇੰਨੇ ਲੰਬੇ ਦਾਨ, ਉਹਨਾਂ ਦੇ ਫਲ ਭੂਤ ਹੋਣ ਦਾ ਨਾ ਕਾਰਨ ਸਿਰਫ ਇੱਕੋ ਹੈ ਕਿ ਕਿਤੇ ਅਣਛੁਪੇ ਰੂਪ ਦੇ ਵਿੱਚ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਕਿਸੇ ਨਾ ਕਿਸੇ ਥਾਂ ਤੇ ਈਰਖਾ ਦੀ ਦੁਨੀਆ ਵਿੱਚ ਖੜੇ ਰਹਿੰਦੇ ਹਾਂ। ਤਾਂ ਈਰਖਾ ਨੂੰ ਨਸ਼ਟ ਕਰਨ ਵਾਸਤੇ ਮੈਂ ਸਿਰਫ ਆਧਾਰ ਦੇ ਤੌਰ ਤੇ ਕੁਝ ਬੇਨਤੀਆਂ ਕਰ ਰਿਹਾ, ਕਿਉਂਕਿ ਅੱਗੇ ਅਖਰੀ ਅਰਥ ਕਰਨ ਦਾ ਯਤਨ ਕਰਾਂਗੇ। ਈਰਖਾ ਨੂੰ ਨਸ਼ਟ ਕਰਨ ਦਾ ਸਾਧਨ ਪ੍ਰੇਮ ਹੈ, ਹੋਰ ਕੋਈ ਵੀ ਨਹੀਂ ਹੈ। ਪ੍ਰੇਮ ਦੀ ਅਨਹੋਂਦ ਈਰਖਾ, ਮੈਂ ਵਿਸ਼ਾ ਪਿੱਛੇ ਕਿਹਾ ਸੀ, ਉਹਦੇ ਨਾਲ ਜੁੜ ਜਾਏਗਾ। ਈਰਖਾ ਹੋਰ ਕੁਝ ਵੀ ਨਹੀਂ ਹੈ। ਈਰਖਾ ਉੱਥੇ ਆ ਹੀ ਜਾਏਗੀ ਜਿੱਥੇ ਪ੍ਰੇਮ ਨਹੀਂ ਹੋਵੇਗਾ, ਖਿਆਲ ਰੱਖਣਾ। ਪ੍ਰੇਮ ਦੀ ਅਨਹੋਂਦ ਈਰਖਾ ਹੈ। ਜਿਵੇਂ ਸੂਰਜ ਦੀ ਅਨਹੋਂਦ ਹਨੇਰੇ ਨੂੰ ਜਨਮ ਦੇਗੀ, ਕੋਈ ਗਿਆਨ ਉਹਨੂੰ ਹਟਾ ਨਹੀਂ ਸਕੇਗਾ। ਕੋਈ ਵਿਅਕਤੀ ਸਾਨੂੰ 100 ਸਾਲ ਸਮਝਾਉਂਦਾ ਰਹੇ ਤੁਸੀਂ ਈਰਖਾ ਨਾ ਕਰੋ, ਤੁਸੀਂ ਕਿਸੇ ਦੀ ਨਿੰਦਿਆ ਨਾ ਕਰੋ, ਆਦਮੀ ਬਚ ਹੀ ਨਹੀਂ ਸਕੇਗਾ ਜਿੰਨਾ ਚਿਰ ਉਹਦੇ ਜੀਵਨ ਵਿੱਚ ਪ੍ਰੇਮ ਦੀ ਸ਼ੁਰੂਆਤ ਨਹੀਂ ਹੁੰਦੀ। ਤੇ ਪ੍ਰੇਮ ਵੀ ਸ਼ੁੱਧ,
ਪ੍ਰੇਮ ਵੀ ਉਹ ਜਿਹਦੇ ਵਿੱਚ ਕੋਈ ਲਾਲਚ ਨਹੀਂ, ਲੋਭ ਨਹੀਂ, ਕੋਈ ਲੈਣ ਦੇਣ ਦੀ ਪ੍ਰਵਿਰਤੀ ਨਹੀਂ, ਕੁਝ ਬਣਨ ਦੀ ਪ੍ਰਵਿਰਤੀ ਨਹੀਂ। ਇਸ ਕਰਕੇ ਨਾਮ ਔਰ ਪ੍ਰੇਮ ਜਿਹੜੇ ਸ਼ਬਦ ਨੇ ਨਾ, ਇਹ ਕੋਈ ਕਿਸੇ ਥੋੜ੍ਹੇ ਜਿਹੇ ਲੋਕਾਂ ਵਾਸਤੇ ਗੁਰੂ ਸਾਹਿਬ ਨੇ ਨਹੀਂ ਕਹੇ। ਅਸਲ ਵਿੱਚ ਇਹਦੇ ਤੋਂ ਬਿਨਾਂ ਜਿੰਨਾ ਚਿਰ ਉਹਦੇ ਜੀਵਨ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਆਦਮੀ ਦੀ ਅੰਦਰਲੀ ਮੌਤ ਹੋਈ ਰਹਿੰਦੀ। ਉਹ ਧਰਮ ਦੇ ਗੁਣਾਂ ਤੋਂ ਵਾਂਝਾ ਰਹਿੰਦਾ। ਜੇ ਅਸੀਂ ਸੋਚਦੇ ਵੀ ਰਹਿੰਦੇ ਹਾਂ ਸਾਡੇ ਵਿੱਚ ਬੜੇ ਗੁਣ ਨੇ ਪ੍ਰੇਮ ਤੋਂ ਬਿਨਾਂ, ਤਾਂ ਉਹ ਜਾਲੀ ਹੁੰਦੇ ਨੇ। ਅਸੀਂ ਖੁਦ ਸੋਚ ਕੇ ਕਲਪਨਾ ਕਰ ਲੈਂਦੇ ਹਾਂ ਸਾਡੇ ਵਿੱਚ ਇਹ ਗੁਣ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਲੰਬੀ ਅਸ਼ਟਪਦੀ ਦੇ ਵਿੱਚ 4 ਪਦੇ ਨੇ ਆਪਾਂ ਵਿਚਾਰਾਂਗੇ, ਜਿਹਦੇ ਅੰਦਰ ਇੱਕ ਈਰਖਾਲੂ ਜੀਵਨ ਦੀ ਵਿਆਖਿਆ ਕੀਤੀ ਹੈ, ਜੋ ਬੇਸ਼ਕੀਮਤੀ ਜੀਵਨ ਨੂੰ ਇਸ ਅਗਨੀ ਵਿੱਚ ਝੋਕ ਦਿੰਦਾ ਹੈ, ਇਸ ਈਰਖਾ ਦੀ ਭੱਠੀ ਵਿੱਚ ਸਾੜ ਕੇ ਸੁਆਹ ਕਰ ਦਿੰਦਾ ਹੈ। ਤਾਂ ਜਿਹੜਾ ਗੁਰਸਿੱਖਾਂ ਨਾਲ, ਗੁਰਮੁਖਾਂ ਨਾਲ ਅੰਦਰੋਂ ਸਹਿਜ ਸੁਭਾਏ ਹੀ ਪ੍ਰੇਮ ਤੋਂ ਰਹਿਤ ਰਹਿੰਦਾ, ਈਰਖਾ ਵਿੱਚ ਜਾਂਦਾ ਹੈ, ਉਹਦੀ ਹਾਲਾਤ ਕਿਵੇਂ ਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ ਇਸ ਅੰਕ ਵਿੱਚ, ਕਿਰਪਾ ਕੀਤੀ ਕਹਿੰਦੇ ਸੰਤ ਕਾ ਦੋਖੀ ਅਦ ਬੀਚ ਤੇ ਟੂਟੈ, ਟੁੱਟ ਹੀ ਜਾਏਗਾ। ਕਿਉਂਕਿ ਗੁਰਮੁਖ ਨਾਲ ਈਰਖਾ ਕਰਨੀ ਪਰਮਾਤਮਾ ਨਾਲ ਇੱਕ ਤਰ੍ਹਾਂ ਦੀ ਬਗਾਵਤ ਹੈ। ਪਰਮਾਤਮਾ ਨਾਲ ਜਿਵੇਂ ਬੱਚੇ ਤੇ ਮਾਂ ਦਾ ਸੰਬੰਧ ਹੈ, ਇਸ ਤਰ੍ਹਾਂ ਭਗਤ ਤੇ ਪਰਮਾਤਮਾ ਦਾ ਨਿੱਜੀ ਨਾਤਾ ਹੈ। ਤਾਂ ਕੁਦਰਤੀ ਤੌਰ ਤੇ ਤੁਸੀਂ ਦੇਖੋ ਪਸ਼ੂਆਂ ਵਿੱਚ ਵੀ ਇਹ ਪ੍ਰਵਿਰਤੀ ਹੈ। ਤੁਸੀਂ ਪਸ਼ੂ ਦੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਯਤਨ ਕਰੋ ਤੇ ਉਹਦੀ ਮਾਂ ਹਰਕਤ ਵਿੱਚ ਉਸੇ ਵੇਲੇ ਆਵੇਗੀ। ਸ਼ੇਰਨੀ ਦੇ ਬੱਚੇ ਨੂੰ ਹੱਥ ਪਾਓ ਤੇ ਸ਼ੇਰਨੀ ਨੇ ਆਪਣਾ ਕੰਮ ਕਰਨਾ। ਮਨੁੱਖੀ ਬੱਚੇ ਨੂੰ ਹੱਥ ਪਾਓ ਤੇ ਉਹਦੀ ਮਾਂ ਆਪਣੀ ਜਿੰਦ ਦੀ ਬਾਜੀ ਲਾ ਦੇਗੀ ਉਸ ਨੂੰ ਬਚਾਉਣ ਵਾਸਤੇ। ਤੇ ਜਿਸ ਨੂੰ ਇੱਥੇ ਸੰਤ ਕਹਿ ਰਹੇ ਨੇ, ਗੁਰਸਿੱਖ ਗੁਰਮੁਖ ਕਹਿ ਰਹੇ ਨੇ, ਸਾਧੂ ਕਹਿ ਰਹੇ ਨੇ, ਉਹ ਪਰਮਾਤਮਾ ਦਾ ਇੱਕ ਬੱਚੇ ਦੇ ਰੂਪ ਵਿੱਚ ਉਹਦੀ ਗੋਦ ਵਿੱਚ ਬੈਠਾ ਹੋਇਆ। ਤਾਂ ਅਸੀਂ ਇੱਕ ਗਲਤੀ ਕਰ ਰਹੇ ਹਾਂ ਕਿ ਅਸੀਂ ਪਰਮਾਤਮਾ ਦੀ ਗੋਦ ਵਿੱਚ ਬੈਠੀ ਹੋਈ ਇੱਕ ਬੜੀ ਵੱਡੀ ਸ਼ਖਸੀਅਤ ਨੂੰ ਹੱਥ ਪਾ ਰਹੇ ਹਾਂ। ਉਹਦਾ ਨੁਕਸਾਨ ਸਾਨੂੰ ਝੱਲਣਾ ਪਏਗਾ। ਠੀਕ ਪਰਮਾਤਮਾ ਨੂੰ ਕੋਈ ਕੁਝ ਕਵੇ ਤਾਂ ਅੱਜ ਤੱਕ ਕਿਸੇ ਦਾ ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਵੀ ਫਲਾਣੇ ਆਦਮੀ ਨੇ ਪਰਮਾਤਮਾ ਨੂੰ ਬੁਰਾ ਭਲਾ ਕਿਹਾ ਤੇ ਉਹਦਾ ਨੁਕਸਾਨ ਹੋ ਗਿਆ, ਕਿਉਂਕਿ ਉੱਥੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉਹ ਆਪਣੇ ਜਿਹੜੇ ਪਿਆਰ ਵਿੱਚ ਜਿਉਣ ਵਾਲੇ ਲੋਕ ਨੇ, ਉਹਨਾਂ ਦੀ ਜੋ ਈਰਖਾਲੂ ਬਿਰਤੀ ਵਾਲੇ ਲੋਕ ਨੇ, ਉਹਨਾਂ ਦੇ ਉੱਤੇ ਉਹਦਾ ਐਕਸ਼ਨ ਹੁੰਦਾ ਹੈ। ਉਹਨਾਂ ਦੇ ਜੀਵਨ ਤੇ ਪਰਮਾਤਮਾ ਨਾਲ ਉਹ ਬਗਾਵਤ ਕਰ ਦਿੰਦੇ ਨੇ। ਤਾਂ ਇਹਦਾ ਇੱਕੋ ਹੀ ਸਿੱਟਾ ਹੈ ਕਿ ਇੱਕ ਧਾਰਮਿਕ ਮਨੁੱਖ ਨੇ ਜੇ ਆਪਣੇ ਜੀਵਨ ਨੂੰ ਪ੍ਰਫੁੱਲਿਤ ਕਰਨਾ ਹੈ ਤੇ ਉਸ ਜਿਹੜੇ ਲੋਕ ਧਰਮ ਦੇ ਮਾਰਗ ਦੇ ਉੱਤੇ ਕਮਾਈ ਕਰ ਰਹੇ ਨੇ ਉਹਨਾਂ ਦਾ ਸਤਿਕਾਰ ਕਰਨ, ਅਦਬ ਰੱਖਣ। ਮਨ ਵਿੱਚ ਜ਼ਰੂਰੀ ਨਹੀਂ ਸਰੀਰ ਕਰਕੇ ਝੁਕਣ, ਮਨ ਵਿੱਚ ਜਿੰਨਾ ਅਦਬ ਹੋਏਗਾ ਉਤਨਾ ਉਹਨਾਂ ਦਾ ਵਿਕਾਸ ਅੰਦਰੋਂ ਧਾਰਮਿਕ ਤੌਰ ਤੇ ਹੁੰਦਾ ਜਾਏਗਾ, ਵੱਧਦਾ ਜਾਏਗਾ ਆਪਣੇ ਆਪ। ਤੇ ਜਿੰਨੀ ਉਹਨਾਂ ਵਿੱਚ ਈਰਖਾ ਵਧੇਗੀ ਉਹਨਾਂ ਦੇ ਧਾਰਮਿਕ ਜਗਤ ਵਿੱਚ ਨੁਕਸਾਨ ਹੁੰਦਾ ਜਾਏਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸੰਤ ਕਾ ਦੋਖੀ ਅਦ ਬੀਚ ਤੇ ਟੂਟੈ। ਉਹ ਅੱਧ ਵਿੱਚੋਂ ਟੁੱਟਾ ਹੋਇਆ। ਅੱਧ ਵਿੱਚੋਂ ਕਿਉਂ ਟੁੱਟਾ ਕਿ ਉਹ ਪਰਤ ਕੇ ਪਰਮਾਤਮਾ ਨਾਲ ਜੁੜ ਨਹੀਂ ਸਕਦਾ ਜਿੰਨਾ ਚਿਰ ਉਹ ਸਾਧੂ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦਾ। ਉਹਦੇ ਚਾਂਸ ਖਤਮ ਹੋ ਗਏ ਜੁੜਨ ਦੇ, ਉਹ ਕਦੀ ਜੁੜ ਨਹੀਂ ਸਕੇਗਾ। ਯਤਨ ਵੀ ਕਰੇਗਾ, ਜੁੜੇਗਾ ਨਹੀਂ। ਬਹੁਤ ਸਾਰਾ ਇਹ ਕਾਰਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸੰਤ ਕਾ ਦੋਖੀ ਅਦ ਬੀਚ ਤੇ ਟੂਟੈ। ਉਹ ਅੱਧ ਵਿੱਚੋਂ ਟੁੱਟਾ ਹੋਇਆ। ਅੱਧ ਵਿੱਚੋਂ ਕਿਉਂ ਟੁੱਟਾ ਕਿ ਉਹ ਪਰਤ ਕੇ ਪਰਮਾਤਮਾ ਨਾਲ ਜੁੜ ਨਹੀਂ ਸਕਦਾ ਜਿੰਨਾ ਚਿਰ ਉਹ ਸਾਧੂ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦਾ। ਉਹਦੇ ਚਾਂਸ ਖਤਮ ਹੋ ਗਏ ਜੁੜਨ ਦੇ, ਉਹ ਕਦੀ ਜੁੜ ਨਹੀਂ ਸਕੇਗਾ। ਯਤਨ ਵੀ ਕਰੇਗਾ, ਜੁੜੇਗਾ ਨਹੀਂ। ਬਹੁਤ ਸਾਰਾ ਇਹ ਕਾਰਨ। ਬਹੁਤ ਸਾਰੇ ਸ਼ਬਦ ਨਾਲੋਂ ਟੁੱਟੇ ਹੋਏ ਲੋਕਾਂ ਦਾ ਇੱਕੋ ਹੀ ਕਾਰਨ ਹੈ ਕਿ ਉਹਨਾਂ ਨੇ ਜਾਣੇ ਅਣਜਾਣੇ, ਗਾਹੇ ਬਗਾਹੇ, ਕਿਤੇ ਬਾਣੀ ਪੜ੍ਹਨ ਵਾਲੇ ਲੋਕਾਂ ਦੀ, ਗੁਰਮੁਖਾਂ ਦੀ ਕਿਤੇ ਨਾ ਕਿਤੇ ਜੀਵਨ ਵਿੱਚ ਈਰਖਾ ਕਰ ਲਈ, ਜਿਸ ਕਰਕੇ ਜੋੜ ਬਣਨਾ ਮੁਸ਼ਕਿਲ ਹੋ ਗਿਆ। ਜੋੜ ਨਹੀਂ ਪੈਂਦਾ। ਜਪ ਤਪ ਕਰਦੇ ਨੇ, ਬਹੁਤ ਕੁਝ ਕਰਦੇ ਨੇ, ਜੋੜ ਨਹੀਂ ਪੈਂਦਾ। ਜੋੜ ਬਣਨਾ ਮੁਸ਼ਕਿਲ। ਤੁਸੀਂ ਸੁਣਿਆ ਹੋਵੇਗਾ ਮੂਸਾ ਪੈਗੰਬਰ ਹੋਇਆ, ਬਹੁਤ
ਵੱਡੀ ਪੱਧਰ ਤੇ ਉਹਦਾ ਨਾਮ ਹੈ, ਤਾਂ ਉਹ ਜਾ ਰਿਹਾ ਸੀ ਆਪਣੇ ਇਬਾਦਤਗਾਹ ਤੇ ਪਹਾੜ ਤੇ, ਜਿੱਥੇ ਹਰ ਰੋਜ਼ ਉਹ ਬੰਦਗੀ ਕਰਦਾ ਸੀ। ਤੇ ਰਾਹ ਵਿੱਚ ਇੱਕ ਭੇਡਾਂ ਚਾਰਨ ਵਾਲਾ ਬੱਚਾ ਇਆਲੀ ਜਿਹੜਾ ਹੈ, ਉਹ ਆਪਣੇ ਢੰਗ ਨਾਲ ਪਰਮਾਤਮਾ ਨਾਲ ਗੱਲਾਂ ਕਰ ਰਿਹਾ ਸੀ ਕਿ ਹੇ ਪ੍ਰਭੂ, ਉਹ ਭੇਡਾਂ ਚਾਰਦਾ ਸੀ। ਪਿਆਰ ਵਿੱਚ ਉਹ ਸਿੱਧਾ ਕਹਿ ਰਿਹਾ ਸੀ, ਜੇ ਤੈਨੂੰ ਭੁੱਖ ਲੱਗੇਗੀ ਮੈਂ ਆਪਣੀਆਂ ਭੇਡਾਂ ਦਾ ਦੁੱਧ ਤੈਨੂੰ ਪਿਆਵਾਂਗਾ। ਜੇ ਤੈਨੂੰ ਹੇ ਖੁਦਾ ਤੈਨੂੰ ਠੰਡ ਲੱਗੇਗੀ, ਮੇਰੀਆਂ ਭੇਡਾਂ ਨੇ, ਮੈਂ ਇਹਨਾਂ ਦੀ ਉੱਨ ਦਾ ਤੈਨੂੰ ਕੱਪੜਾ ਦਿਆਂਗਾ, ਤੈਨੂੰ ਠੰਡ ਤੋਂ ਬਚਾਵਾਂਗਾ। ਜੇ ਤੈਨੂੰ ਕੋਈ ਰੋਗ ਹੋ ਗਿਆ ਤੇ ਮੈਂ ਜੜੀ ਬੂਟੀ ਇਕੱਠੀ ਕਰਕੇ ਦਵਾਈ ਬਣਾ ਕੇ ਤੈਨੂੰ ਦਿਆਂਗਾ। ਹੁਣ ਜਦੋਂ ਇਹ ਸ਼ਬਦ ਮੂਸਾ ਨੇ ਸੁਣੇ, ਤੇ ਜਿਹੜੇ ਮਜ਼ਹਬ ਨੇ ਉਹਨਾਂ ਵਿੱਚ ਇੱਕ ਚੰਗਿਆਈ ਹੈ ਕਿ ਉਹ ਆਮ ਬੰਦੇ ਨੂੰ ਇੱਕ ਲਾਈਨ ਵਿੱਚ ਲਿਆਉਂਦੇ ਨੇ। ਬੜੇ ਜ਼ਰੂਰੀ ਨੇ ਮਜ਼ਹਬ, ਉਹਨਾਂ ਦੀ ਮਰਿਆਦਾ ਬੜੀ ਜ਼ਰੂਰੀ ਹੈ। ਪਰ ਉਸ ਮਜ਼ਹਬ ਦੇ ਵਿੱਚ, ਉਸ ਮਰਿਆਦਾ ਵਿੱਚ, ਲਾਈਨ ਵਿੱਚ ਅੱਗੇ ਤੁਰਨ ਵਾਲੇ ਲੋਕ ਜੇ ਸਿਆਣੇ ਨਾ ਹੋਣ ਤੇ ਉਹ ਕੈਦਖਾਨਾ ਬਣ ਜਾਂਦੇ ਨੇ। ਉਹ ਲੋਕਾਂ ਨੂੰ ਭਟਕਾ ਦਿੰਦੇ, ਉੱਥੇ ਜੰਜੀਰਾਂ ਨਾਲ ਬੰਨ੍ਹ ਦਿੰਦੇ ਨੇ, ਅੱਗੇ ਨਹੀਂ ਤੁਰਨ ਦਿੰਦੇ। ਤਾਂ ਮੂਸਾ ਦੇ ਮਨ ਵਿੱਚ ਇੱਕ ਖਿਆਲ ਆਇਆ ਵੀ ਇਹ ਕਿੰਨਾ ਖੁਦਾ ਦੀ ਤੋਹੀਨ ਕਰ ਰਿਹਾ ਹੈ ਬੱਚਾ, ਵੀ ਪਰਮਾਤਮਾ ਦੀ ਇੰਨੀ ਅਵੱਗਿਆ ਵੀ ਆਪਣੀਆਂ ਭੇਡਾਂ ਦਾ ਦੁੱਧ ਉਹਨੂੰ ਪਿਆਏਗਾ। ਉਹਦਾ ਤੇ ਸਰੀਰ ਹੀ ਕੋਈ ਨਹੀਂ, ਉਹਨੂੰ ਭਲਾ ਇਹਦੀ ਭੇਡਾਂ ਦੀ ਉੱਨ ਦੇ ਕੱਪੜੇ ਦੀ ਜ਼ਰੂਰਤ ਹੈ। ਖੁਦਾ ਭਲਾ ਬਿਮਾਰ ਹੁੰਦਾ, ਇਹਦੀ ਦਵਾਈ ਤੇ ਬੈਠਾ। ਪਰ ਉਹ ਬੱਚਾ ਜਿਹੜਾ ਸਿੱਧੇ ਸਾਦੇ ਭਾਵ ਦੇ ਵਿੱਚ ਇੰਨੀ ਪ੍ਰਾਰਥਨਾ ਵਿੱਚ ਜੁੜਿਆ ਸੀ, ਪ੍ਰੇਰ ਕਰ ਰਿਹਾ ਸੀ ਕਿ ਉਹਦੀ ਸੁਰਤ ਇੱਕ ਹੋਈ ਪਈ ਸੀ ਅਕਾਲ ਪੁਰਖ ਦੇ ਨਾਲ। ਜੋੜ ਜੁੜਿਆ ਹੋਇਆ ਸੀ, ਉਹਦਾ ਜੁੜਿਆ ਹੋਇਆ ਸੀ ਉਹਦਾ ਮਨ। ਤੇ ਉਸ ਪੈਗੰਬਰ ਨੇ ਖਿੱਚ ਕੇ ਉਹਨੂੰ ਚਪੇੜ ਮਾਰ ਦਿੱਤੀ ਤੇ ਬੱਚਾ ਰੋਣ ਲੱਗ ਪਿਆ, ਟੁੱਟ ਗਿਆ। ਉਹਦੀ ਪ੍ਰਾਰਥਨਾ ਬੰਦ ਹੋ ਗਈ, ਟੁੱਟ ਗਿਆ। ਉਹਨੇ ਝਿੜਕਿਆ, ਨਾਦਾਨ ਬੱਚੇ, ਤੂੰ ਖੁਦਾ ਦੀ ਤੋਹੀਨ ਕਰਨਾ, ਇਹ ਗੱਲਾਂ ਉਹਦੇ ਨਾਲ ਕਰ ਰਿਹਾ। ਤੂੰ ਜੇ ਉਹਦੇ ਨਾਲ ਗੱਲ ਕਰਨੀ, ਪਹਿਲਾਂ ਨਮਾਜ਼ ਸਿੱਖ, ਪਹਿਲਾਂ ਪੜ੍ਹ। ਹੁਣ ਪੜ੍ਹਨ ਨਾਲ ਭਗਤੀ ਦਾ ਕੀ ਸੰਬੰਧ? ਇੰਨੀ ਕਹਿ ਕੇ ਮੂਸਾ ਅੱਗੇ ਚਲਾ ਗਿਆ, ਆਪਣਾ ਚੌਂਕੜਾ ਲਾ ਕੇ ਬੈਠਾ, ਧਿਆਨ ਕਨੈਕਸ਼ਨ ਕਰਨ ਦਾ ਯਤਨ ਕੀਤਾ, ਪਰ ਧਿਆਨ ਨਹੀਂ ਲੱਗਦਾ। ਬੜਾ ਯਤਨ ਕੀਤਾ, ਅਖੀਰ ਨੂੰ ਉਹਨੇ ਫਰਿਆਦ ਕੀਤੀ, ਹੈ ਤੇ ਪੈਗੰਬਰ ਸੀ, ਕਿ ਮੇਰੇ ਕੋਲੋਂ ਗਲਤੀ ਕੀ ਹੋਈ? ਅੱਜ ਮੇਰੀ ਸੁਰਤ ਤੇਰੇ ਚਰਨਾਂ ਨਾਲ ਜੁੜ ਕਿਉਂ ਨਹੀਂ ਰਹੀ? ਕਹਿੰਦੇ ਨੇ ਆਕਾਸ਼ ਵਿੱਚੋਂ ਆਵਾਜ਼ ਆਈ ਜੋ ਨਿਸ਼ਚਿਤ ਹੀ ਪਰਮਾਤਮਾ ਦੀ ਸੀ ਕਿ ਮੂਸਾ, ਤੂੰ ਇੱਕ ਮੇਰੇ ਨਾਲ ਜੁੜੇ ਹੋਏ ਨੂੰ ਤੋੜ ਕੇ ਆਇਆ ਤੇ ਆਪਣੇ ਜੁੜਨ ਵਾਸਤੇ ਫਰਿਆਦ ਕਾਹਦੀ ਕਰਦਾ ਫਿਰਨਾ? ਉਮੀਦ ਨਾ ਕਰੀ, ਤੂੰ ਜੁੜਿਆਂ ਨੂੰ ਤੋੜ ਕੇ ਆਇਆ ਹੈ, ਆਪ ਕਿਵੇਂ ਜੁੜ ਜਾਏਗਾ? ਇਸ ਕਰਕੇ ਸਿਧਾਂਤ ਤੇ ਜੀਵਨ ਦਾ ਜੋ ਚਾਹੀਦਾ ਉਹ ਦਿਓ, ਛੋਟਾ ਜਿਹਾ ਮੁਹਾਵਰਾ ਹੈ। ਜੀਵਨ ਦਾ ਇੱਕੋ ਹੀ ਸਿਧਾਂਤ ਹੈ, ਜੋ ਤੁਹਾਨੂੰ ਚਾਹੀਦਾ ਹੈ ਉਹ ਦੂਜਿਆਂ ਨੂੰ ਦਿਓ, ਕਈ ਗੁਣਾ ਵੱਧ ਹੋ ਕੇ ਤੁਹਾਨੂੰ ਮਿਲ ਜਾਏਗਾ। ਦੁੱਖ ਚਾਹੀਦਾ ਤੇ ਦੁੱਖ ਦਿਓ ਦੂਜਿਆਂ ਨੂੰ, ਈਰਖਾ ਚਾਹੀਦੀ ਤੇ ਈਰਖਾ ਦਿਓ ਦੂਜਿਆਂ ਨੂੰ। ਤੁਸੀਂ ਨਹੀਂ ਜੁੜਨਾ ਚਾਹੁੰਦੇ ਤੇ ਜੁੜਿਆਂ ਹੋਇਆਂ ਨੂੰ ਤੋੜੋ, ਪਰਤ ਕੇ ਜੁੜਨ ਦੀ ਸੰਭਾਵਨਾ ਖਤਮ ਹੋ ਜਾਏਗੀ। ਤੇ ਜੇ ਤੁਸੀਂ ਖੁਦ ਜੁੜਨਾ ਚਾਹੁੰਦੇ ਹੋ ਤੇ ਜੋੜਨ ਦਾ ਯਤਨ ਕਰੋ। ਇਸ ਤਰ੍ਹਾਂ ਦਾ ਕੰਮ ਕਰੋ ਜਿਹਦੇ ਨਾਲ ਦੂਸਰੇ ਜੁੜਨ, ਦੂਸਰੇ ਜੁੜ ਜਾਣ ਗੁਰੂ ਦੇ ਚਰਨਾਂ ਨਾਲ, ਸਾਂਝ ਬਣੇ ਉਹਨਾਂ ਦੀ। ਜਿੰਨੇ ਜ਼ਿਆਦਾ ਲੋਕਾਂ ਨੂੰ ਤੁਸੀਂ ਜੋੜ ਸਕੋਗੇ, ਉਤਨਾ ਤੁਹਾਡੇ ਜੁੜਨ ਵਾਸਤੇ ਤੁਹਾਨੂੰ ਕੁਝ ਨਹੀਂ ਕਰਨਾ ਪਏਗਾ, ਆਟੋਮੈਟਿਕ ਉਹ ਖਿੱਚ ਕੇ ਲੈ ਜਾਏਗਾ ਆਪਣੇ ਚਰਨਾਂ ਵੱਲ, ਉੱਥੇ ਲੋੜ ਨਹੀਂ ਪੈਂਦੀ। ਇਸ ਕਰਕੇ ਸਭ ਤੋਂ ਮਹਾਦਾਨ ਹੈ, ਮਹਾਦਾਨ, ਵੱਡਾ ਦਾਨ, ਕਿ ਕਿਸੇ ਨੂੰ ਜੋੜਨ ਦਾ ਯਤਨ ਕਰਨਾ। ਐਸੇ ਬੰਦੇ ਨੂੰ ਤੇ ਗੁਰੂ ਵੀ ਕਹਿਣ ਲਈ ਮਜਬੂਰ ਹੋ ਗਿਆ ਵੀ ਇਹਦੀ ਧੂੜ ਮੈਨੂੰ ਦਿਓ। ਸਾਰਾ ਸੰਸਾਰ ਗੁਰੂ ਤੋਂ ਧੂੜ ਮੰਗਦਾ, ਉਹ ਕਹਿੰਦੇ ਮੈਂ ਇਸ ਬੰਦੇ ਦੀ ਧੂੜ ਮੰਗਦਾ ਜੋ ਜੋੜਨ ਦਾ ਉਪਰਾਲਾ ਸਹਿਯੋਗ ਕਰ ਰਿਹਾ। ਤਾਂ ਇਹ ਛੋਟਾ ਛੋਟਾ ਸਹਿਯੋਗ ਹੈ। ਜਿਵੇਂ ਆਪ ਜੀ ਗੁਰੂ ਕੇ ਦਰਬਾਰ ਵਿੱਚ ਆਉਂਦੇ ਹੋ ਤਾਂ ਇੱਥੇ ਵੀ ਛੋਟਾ ਛੋਟਾ ਸਹਿਯੋਗ ਹੈ। ਗੁਰੂ ਕੇ ਦਰਬਾਰ ਵਿੱਚ ਆਈਏ, ਸਾਡੇ ਤੁਰਨ ਦਾ ਤਰੀਕਾ ਇਸ ਤਰ੍ਹਾਂ ਹੋਵੇ ਕਿ ਸਾਡਾ ਤੁਰਨਾ ਵੀ ਭਗਤੀ ਹੋਵੇ, ਸਾਡਾ ਮੱਥਾ ਟੇਕਣਾ, ਸਾਡਾ ਬੈਠਣਾ ਇੰਨਾ ਸੀਰੀਅਸ, ਗੰਭੀਰ ਤੇ ਜੁੜਿਆ ਹੋਇਆ ਹੋਵੇ ਕਿ ਜਿਹੜੇ ਲੋਕ ਸਾਨੂੰ ਵੇਖਣ ਆਪਣੇ ਆਪ ਜੁੜਨ ਲੱਗ ਪੈਣ। ਇਹ ਸਹਿਯੋਗ ਹੈ, ਜੁੜਨ ਵਿੱਚ ਸੇਵਾ ਹੈ। ਇਹ ਸੇਵਾ ਹੈ ਬਹੁਤ ਵੱਡੀ।
ਤੇ ਜੇ ਅਸੀਂ ਖੁਦ ਇਸ ਤਰ੍ਹਾਂ ਆ ਰਹੇ ਹਾਂ ਕਿ ਸਾਨੂੰ ਜਿਹੜਾ ਵੇਖਦਾ ਉਹਦਾ ਵੀ ਧਿਆਨ ਟੁੱਟ ਜਾਂਦਾ ਹੈ। ਅਸੀਂ ਆ ਕੇ ਇਸ ਤਰ੍ਹਾਂ ਬੈਠਨੇ ਆ, ਕਦੀ ਉੱਠ ਪੈਂਦੇ ਆ, ਬਾਹਰ ਚਲੇ ਜਾਂਦੇ ਆ, ਕਦੀ ਫੋਨ ਸੁਣਨ ਲੱਗ ਪੈਂਦੇ ਆ, ਕਦੀ ਕੁਝ ਕਰਨ ਲੱਗ ਜਾਂਦੇ ਆ, ਤਾਂ ਇਸ ਹਾਲਤ ਨੂੰ ਵੇਖ ਕੇ ਅਸੀਂ ਸਹਿਯੋਗੀ ਨਹੀਂ ਹੋਏ, ਉਹਦੇ ਵਿੱਚ ਸੇਵਾ ਵਿੱਚ ਅਸੀਂ ਹਿੱਸਾ ਨਹੀਂ ਲਿਆ। ਸਭ ਤੋਂ ਵੱਡੀ ਸੇਵਾ ਹੈ ਸੰਤ ਕੀ ਸੇਵਾ ਨਾਮ ਧਿਆਈਐ। ਜਦੋਂ ਤੁਸੀਂ ਖੁਦ ਨਾਮ ਧਿਆਓਗੇ ਤੇ ਸੇਵਾਦਾਰ ਹੋ ਜਾਓਗੇ, ਤਰੀਕਾ ਬਣ ਜਾਏਗਾ। ਤਾਂ ਉਸ ਮੂਸਾ ਨੂੰ ਖੁਦਾ ਨੇ ਕਿਹਾ, ਤੂੰ ਤੋੜ ਕੇ ਆਇਆ, ਜੁੜਨ ਦੀ ਸੰਭਾਵਨਾ ਛੱਡ ਦੇ, ਜਾ ਪਹਿਲਾਂ ਉਸ ਦੇ ਅੱਗੇ ਥੋੜ੍ਹਾ ਜਿਹਾ ਝੁਕ ਕੇ ਆ, ਹੋਰ ਕੋਈ ਰਸਤਾ ਨਹੀਂ, ਉਹੀ ਤੈਨੂੰ ਪਰਤ ਕੇ ਜੋੜ ਸਕਦਾ। ਸਧਾਰਨ ਬੱਚਾ ਸੀ। ਮੂਸਾ ਨੂੰ ਇਹ ਸਮਝ ਆ ਗਈ, ਗਿਆਨ ਆ ਗਿਆ ਕਿ ਜੁੜੇ ਹੋਏ ਨੂੰ ਤੋੜਨਾ, ਵੇਖ ਕੇ ਧਿਆਨ ਨਾਲ ਖਿਆਲ ਰੱਖਣਾ। ਕਈ ਵਾਰੀ ਇਸ ਤਰ੍ਹਾਂ ਦੇ ਸਿੱਧੇ ਸਾਦੇ ਆਦਮੀ ਮਿਲਣਗੇ ਧਾਰਮਿਕ ਥਾਵਾਂ ਤੇ, ਜਿਨ੍ਹਾਂ ਨੂੰ ਵੇਖ ਕੇ ਅਸੀਂ ਸੋਚਾਂਗੇ ਵੀ ਇਹ ਬਹੁਤ ਕੋਈ ਖਾਸ ਆਦਮੀ ਨਹੀਂ, ਅਸੀਂ ਉਹਨਾਂ ਦੇ ਕਿਸੇ ਵੀ ਕਰਮ ਵਿੱਚ ਰੁਕਾਵਟ ਪਾ ਕੇ ਆਪਣੀ ਸ਼ਾਂਤੀ ਗਵਾ ਸਕਨੇ। ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ। ਤਾਂ ਸਤਿਗੁਰੂ ਕਹਿ ਰਹੇ ਨੇ, ਉਹ ਟੁੱਟ ਗਏ ਜਿਨ੍ਹਾਂ ਨੇ ਜੁੜਿਆਂ ਹੋਇਆਂ ਨਾਲ ਈਰਖਾ ਕੀਤੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸੰਤ ਕਾ ਦੋਖੀ ਅਧ ਬੀਚ ਤੇ ਟੂਟੈ। ਅੱਧ ਵਿੱਚ ਹੀ ਟੁੱਟ ਜਾਂਦਾ, ਸਿਰੇ ਨਹੀਂ ਲੱਗਦਾ, ਸਿਰੇ ਨਹੀਂ ਚੜ ਸਕਦਾ। ਸਾਹਿਬ ਕਹਿੰਦੇ, ਸੰਤ ਕਾ ਦੋਖੀ ਕਿਦੈ ਕਿਤੈ ਕਾਜ ਨਾ ਪਹੁੰਚੈ। ਜਿਸ ਕੰਮ ਨੂੰ ਤੁਰਦਾ ਸਭ ਤੋਂ ਵੱਡਾ ਕਾਰਜ ਹੈ ਜੁੜਨਾ, ਉਹ ਇਸ ਕਾਰਜ ਵਿੱਚ ਫੇਲ ਹੋ ਜਾਂਦਾ ਹੈ, ਜੁੜ ਨਹੀਂ ਸਕਦਾ ਇਸ ਕਾਰਜ ਵਿੱਚ, ਕਿਉਂਕਿ ਇਹ ਕਾਰਜ ਹੈ ਸੰਤਾਂ ਕੇ ਕਾਰਜ ਆਪ ਖਲੋਇਆ, ਇਹਦੇ ਵਿੱਚ ਉਹ ਫੇਲ ਹੋ ਜਾਂਦਾ। ਹਜੂਰ ਕਹਿੰਦੇ, ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ। ਉਦਿਆਨ ਦੇ ਅਰਥ ਨੇ ਜੰਗਲ। ਉਹ ਆਪਣੇ ਜੀਵਨ ਦੀ ਖੋਜ ਕਰਦਿਆਂ ਕਰਦਿਆਂ ਵਿਚਾਰਾਂ ਦੇ ਜੰਗਲ ਵਿੱਚ ਭਟਕ ਜਾਂਦਾ ਹੈ, ਅਸ਼ਰਧਾ ਦੇ ਜੰਗਲ ਵਿੱਚ। ਐਸੇ ਖਿਆਲ ਉਹਨੂੰ ਆਉਣਗੇ, ਐਸੇ ਵਿਚਾਰ ਉਹਨੂੰ ਆਉਣਗੇ ਕਿ ਉਹਨਾਂ ਵਿਚਾਰਾਂ ਦੇ ਵਿੱਚ ਐਸਾ ਵਲਿਆ ਜਾਏਗਾ, ਉਲਝ ਜਾਏਗਾ। ਜਿਸ ਕੀਰਤਨ ਹੋਵੇਗਾ ਉਹ ਉਹਦੇ ਅੰਦਰ ਨਹੀਂ ਜਾਏਗਾ, ਜੇ ਵਿਚਾਰ ਹੋਵੇਗੀ ਉਹ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰੇਗੀ, ਜੇ ਬਾਣੀ ਪੜ੍ਹੀ ਜਾਏਗੀ ਉਹ ਉਹਦੇ ਅੰਦਰ ਨਹੀਂ ਕਰੇਗਾ। ਮੈਂ ਇਹ ਵਿਆਖਿਆ ਤਾਂ ਧਾਰਮਿਕ ਜਗਤ ਨਾਲ ਜੋੜ ਰਿਹਾ ਕਿਉਂਕਿ ਇਹਦਾ ਕੋਈ ਲਾਭ ਨਹੀਂ ਹੋਵੇਗਾ ਵੀ ਬਾਜ਼ਾਰ ਵਿੱਚ ਫਿਰਦੇ ਲੋਕਾਂ ਦੀ ਮੈਂ ਇੱਥੇ ਤੋਹੀਨ ਕਰੀ ਜਾਂ ਗੱਲ ਆਪਣੀ ਕਰੀਏ। ਜਿਹੜੇ ਆਪਾਂ ਇੱਥੇ ਬੈਠੇ ਉਹਨਾਂ ਨੂੰ ਕਹਿਣ ਦਾ ਕੋਈ ਲਾਭ ਨਹੀਂ, ਉਹ ਤਾਂ ਟੁੱਟੇ ਹੋਏ ਨੇ, ਉਹ ਤਾਂ ਆਪਣਾ ਸਮਾਂ ਗਵਾ ਹੀ ਰਹੇ ਨੇ, ਕਿਤੇ ਆਪਾਂ ਵੀ ਨਾ ਗਵਾਈਏ ਜਿਹੜੇ ਨੇੜੇ ਹੋਵੇ ਬਿਲਕੁਲ। ਤਾਂ ਇਸ ਤਰ੍ਹਾਂ ਦੇ ਜਿਹੜੇ ਖਿਆਲਾਤ ਨੇ ਉਹ ਜੰਗਲ ਹੈ। ਸੰਤ ਕਾ ਦੋਖੀ ਉਦਿਆਨ, ਗਲਤ ਖਿਆਲਾਂ ਵਿੱਚ, ਅਸ਼ਰਧਕ ਖਿਆਲਾਂ ਵਿੱਚ ਇੰਨਾ ਭਟਕ ਜਾਂਦਾ ਹੈ ਕਿ ਉਹ ਫਿਰ ਭਰਮਣ ਕਰਨ ਲੱਗ ਪੈਂਦਾ, ਭੌਣ ਲੱਗ ਪੈਂਦਾ। ਹਜੂਰ ਕਹਿੰਦੇ, ਸੰਤ ਕਾ ਦੋਖੀ ਉਜੜ ਪਾਈਐ। ਜਿਨ੍ਹਾਂ ਨੇ ਗੁਰਮੁਖਾਂ ਨਾਲ ਈਰਖਾ ਕੀਤੀ ਹੈ, ਪ੍ਰਭੂ ਦੇ ਪਿਆਰਿਆਂ ਦਾ ਸਤਿਕਾਰ ਨਹੀਂ ਕੀਤਾ, ਅਦਬ ਨਹੀਂ ਕੀਤਾ, ਉਹ ਉਜੜ ਦੇ ਵਿੱਚ ਭਾਵ ਗਲਤ ਰਾਹਾਂ ਵਿੱਚ ਭਟਕ ਗਏ। ਉਹਨਾਂ ਦੇ ਜੀਵਨ ਦਾ ਸਿੱਧਾ ਰਾਹ ਜਿਹੜਾ ਸੀ ਉਹਨਾਂ ਨੂੰ ਨਹੀਂ ਮਿਲਿਆ, ਉਹ ਉਜਾੜ ਵਿੱਚ ਭਟਕੇ, ਗਲਤ ਰਾਹਾਂ ਵਿੱਚ, ਗਲਤ ਵਿਚਾਰਾਂ ਵਿੱਚ ਫਸ ਗਏ। ਸਾਹਿਬ ਕਹਿੰਦੇ, ਸੰਤ ਕਾ ਦੋਖੀ ਅੰਤਰ ਤੇ ਥੋਥਾ। ਥੋਥਾ ਦੇ ਅਰਥ ਨੇ ਉਹ ਫਸਲ ਦਾ ਦਾਣਾ ਜਿਹਦਾ ਫੋਕ ਹੋਵੇ, ਜਿਹਦਾ ਕਵਰ ਹੋਵੇ, ਪਰ ਉਹਦੇ ਵਿੱਚ ਦਾਣਾ ਕੋਈ ਨਾ ਹੋਵੇ। ਜਿਹੜਾ ਗੁਰਮੁਖਾਂ ਨਾਲ ਈਰਖਾ ਕਰਦਾ ਨਾ, ਕਿਤੇ ਵੀ ਕਰਦਾ, ਥੋੜ੍ਹੀ ਵੀ ਕਰਦਾ ਜਾਂ ਜ਼ਿਆਦੀ ਹੈ, ਉਹ ਕਹਿੰਦੇ ਇਸ ਤਰ੍ਹਾਂ ਹੋ ਜਾਂਦਾ ਧਾਰਮਿਕ ਤੌਰ 'ਤੇ ਵੀ ਉਹਦਾ ਲਿਬਾਸ ਤੇ ਧਾਰਮਿਕ ਰਹਿੰਦਾ, ਬਾਹਰੋਂ ਉਹਦਾ ਛਿਲਕਾ ਤੇ ਰਹਿੰਦਾ। ਜਿਵੇਂ ਝੋਨੇ ਦਾ ਛਿਲਕਾ ਰਵੇ ਤੇ ਵਿੱਚ ਸਾਧ ਸੰਗਤ ਦਾਣਾ ਨਹੀਂ ਪੈਂਦਾ ਤੇ ਉਹ ਫੋਕਾ ਹੈ ਬਿਲਕੁਲ। ਜਿਵੇਂ ਕਿਸੇ ਮੱਕੀ ਦਾ ਤੁਖਾ ਤੇ ਹੈ ਪਰ ਉਹਨੂੰ ਦਾਣੇ ਕੋਈ ਨਹੀਂ, ਇਸ ਤਰ੍ਹਾਂ ਦਾ ਉਹ ਸੁੱਕਾ ਪੁੱਕਾ ਧਾਰਮਿਕ ਹੈ, ਉਹਦੇ ਕੋਲ ਕੋਈ ਰਸ ਨਹੀਂ, ਕੋਈ ਆਨੰਦ ਨਹੀਂ। ਇਸ ਤਰ੍ਹਾਂ ਉਹ ਅੰਤਰ ਤੇ ਥੋਥਾ। ਤੇ ਹਜੂਰ ਕਹਿੰਦੇ, ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ। ਇੱਕ ਲਾਸ਼ ਵਾਂਗ ਹੈ। ਚਲੋ ਇੱਕ ਲਾਸ਼ ਤਾਂ ਹੋਵੇ ਤੇ ਉਹਦਾ ਪ੍ਰਬੰਧ ਹੋ ਜਾਂਦਾ ਵੀ ਇਹਦਾ ਸੰਸਕਾਰ ਕਰ ਦਿੱਤਾ ਜਾਏ, ਉਹਦੀ ਸਮਾਪਤੀ ਹੋ ਜਾਂਦੀ। ਪਰ ਇਹ ਇਸ ਤਰ੍ਹਾਂ ਦੀ ਲਾਸ਼ ਜੋ ਸੰਤਾਂ ਦੇ
ਜੋ ਗੁਰਮੁਖਾਂ ਦਾ ਈਰਖਾਲੂ ਹੈ ਉਹ ਇੱਕ ਤੁਰਦੀ ਫਿਰਦੀ ਲਾਸ਼, ਇੱਕ ਖਾਂਦੀ ਪੀਂਦੀ ਲਾਸ਼, ਇੱਕ ਬੋਲਦੀ ਚਾਲਦੀ ਹੱਸਦੀ ਖੇਡਦੀ ਲਾਸ਼ ਹੋ ਜਾਂਦੀ ਹੈ। ਇਹ ਖੈਰ ਮੈਂ ਬਹੁਤੀ ਇਹਦੀ ਵਿੱਚ ਵਿਆਖਿਆ ਵਿੱਚ ਜਾਵਾਂ ਤੇ ਸਮਾਂ ਬਹੁਤ ਲੱਗੇਗਾ। ਯਾਨੀ ਕਿ ਉਹਦਾ ਅੰਦਰਲਾ ਹਿੱਸਾ ਇੱਕ ਮ੍ਰਿਤਕ ਕੀ ਲੋਥ ਵਰਗਾ ਹੋ ਜਾਂਦਾ, ਲਾਸ਼ ਵਰਗਾ ਹੁੰਦਾ ਹੈ। ਹਜ਼ੂਰ ਕਹਿੰਦੇ ਸੰਤ ਕੇ ਦੋਖੀ ਕੀ ਜੜ ਕਿਛ ਨਾਹਿ, ਜਿਨ੍ਹਾਂ ਨੇ ਗੁਰਮੁਖਾਂ ਦੇ ਨਾਲ ਈਰਖਾ ਕੀਤੀ ਹੈ, ਪ੍ਰਭੂ ਦੇ ਪਿਆਰਿਆਂ ਨਾਲ ਜਿਹੜੇ ਅੰਦਰੋਂ ਈਰਖਾ ਕਰਦੇ ਨੇ, ਕਹਿੰਦੇ ਉਹਨਾਂ ਦੀ ਜੜ ਕੋਈ ਨਹੀਂ ਲੱਗਦੀ। ਉਹ ਜਿਹੜਾ ਕੰਮ ਕਰਦੇ ਬੇਜੜ ਹੁੰਦਾ, ਜਿਵੇਂ ਜੜ ਤੋਂ ਬਿਨਾਂ ਲੱਗਦਾ ਜ਼ਰੂਰ ਇਹ ਕੰਮ ਬਹੁਤ ਵਧੀਆ ਕਰ ਰਹੇ ਨੇ, ਜਿਵੇਂ ਜੜ ਤੋਂ ਬਿਨਾਂ ਕਿਸੇ ਰੁੱਖ ਦੀ ਟਹਿਣੀ ਕੱਟ ਕੇ ਤੁਸੀਂ ਜ਼ਮੀਨ ਵਿੱਚ ਗੱਡਦੇ ਹੋ, ਇੰਝ ਲੱਗੇਗਾ ਰੁੱਖ ਬਹੁਤ ਵਧੀਆ ਲਾਇਆ, ਬਹੁਤ ਚੰਗਾ ਰੁੱਖ, ਪਰ ਉਹਦੀ ਸਾਧ ਸੰਗਤ ਦੀ ਜੜ ਨਹੀਂ, ਉਹ ਟਾਹਣੀ ਹੈ, ਉਹ ਹੁਣ ਹਰੀ, ਹੋਰ 2-4 ਘੰਟਿਆਂ ਬਾਅਦ ਉਹਦੇ ਪੱਤੇ ਝੁਕ ਜਾਣੇ ਨੇ। ਜਿਹੜੇ ਲੋਕ ਗੁਰਮੁਖਾਂ ਨਾਲ, ਪ੍ਰਭੂ ਦੇ ਪਿਆਰਿਆਂ ਨਾਲ ਈਰਖਾ ਕਰਨ ਲੱਗ ਪੈਂਦੇ, ਤਾਂ ਉਹਨਾਂ ਦੇ ਜੀਵਨ ਦੇ ਜਿਹੜੇ ਕਰਮ ਨੇ, ਭਾਵੇਂ ਉਹ ਕਿੰਨੇ ਚੰਗੇ ਵੀ ਹੋਣ, ਚੰਗੀਆਂ ਗੱਲਾਂ ਕਰਦੇ ਹੋਣ, ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋਣ, ਉਹਨਾਂ ਦੇ ਸਾਰੇ ਕਰਮ ਇਸ ਤਰ੍ਹਾਂ ਨੇ ਜਿਵੇਂ ਟਹਿਣੀ ਲਾਈ ਹੁੰਦੀ ਹੈ, ਸੁੱਕ ਜਾਂਦੇ ਨੇ ਥੋੜ੍ਹੇ ਚਿਰ ਬਾਅਦ, ਭਾਵ ਲੰਬਾ ਅਸਰ ਨਹੀਂ ਰੱਖਦੇ, ਜੀਵਨ ਵਿੱਚ ਸਮਾਪਤ ਹੋ ਜਾਂਦੇ ਨੇ। ਇਹਨੂੰ ਕਹਿੰਦੇ ਨੇ ਸਾਧ ਸੰਗਤ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਏ। ਉਹ ਆਪ ਬੀਜਦਾ, ਆਪ ਹੀ ਖਾਂਦਾ ਹੈ। ਅਖੀਰ ਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੰਤ ਕੇ ਦੋਖੀ ਕੋ ਅਵਰ ਨਾ ਰਾਖਨ ਹਾਰ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਹ ਤਾਂ ਬੜੀਆਂ ਸਖਤ ਦਲੀਲਾਂ ਦਿੱਤੀਆਂ ਨੇ, ਸਖਤ ਘਟਨਾਵਾਂ ਨੇ, ਉਸ ਨਿੰਦਕ ਦਾ ਜੀਵਨ ਤੇ ਸਾਰਾ ਖਰਾਬ ਹੋ ਜਾਏਗਾ, ਤੁਸੀਂ ਕਿਰਪਾ ਕਰੋ, ਆਪ ਜੀ ਦਿਆਲੂ ਹੋ, ਆਪ ਜੀ ਕਿਰਪਾਲੂ ਹੋ, ਤੁਸੀਂ ਰਹਿਮਤ ਕਰੋ ਕਿ ਉਸ ਨਿੰਦਕ ਦਾ ਉਧਾਰ ਕਿਵੇਂ ਹੋ ਸਕਦਾ ਹੈ। ਕਹਿਣ ਲੱਗੇ ਉਸ ਨਿੰਦਕ ਦਾ ਇੱਕ ਰਸਤਾ ਹੈ ਕਿ ਉਹਨੂੰ ਹੋਰ ਕੋਈ ਵੀ ਰੱਖ ਨਹੀਂ ਸਕਦਾ, ਕੋਈ ਵੀ ਸ਼ਕਤੀ ਨਹੀਂ ਸੰਸਾਰ ਦੀ ਉਸ ਨਿੰਦਕ ਨੂੰ ਜਿਹੜੀ ਰੱਖੇ, ਭਾਵ ਉਹਦਾ ਉਧਾਰ ਕਰ ਸਕੇ। ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਜੇ ਗੁਰਮੁਖ ਚਾਹੁਣ, ਗੁਰੂ ਦੇ ਪਿਆਰੇ ਚਾਹੁਣ ਤਾਂ ਉਹਨੂੰ ਉਭਾਰ ਸਕਦੇ, ਉਹਨੂੰ ਬਚਾ ਸਕਦੇ ਨੇ। ਹੋਰ ਉਹਦੇ ਜੀਵਨ ਵਿੱਚ ਕੋਈ ਵੀ ਰਸਤਾ ਨਹੀਂ ਹੈ, ਕੋਈ ਉਸ ਨੂੰ ਬਚਾ ਨਹੀਂ ਸਕਦਾ, ਨਾ ਉਸ ਨੂੰ ਪਰਮਾਤਮਾ ਨਾ ਗੁਰੂ। ਉਹ ਨਿੰਦਕ ਜਿਹੜਾ ਹੈ ਉਹਦਾ ਉਧਾਰ ਸਿਰਫ ਉਹੀ ਗੁਰਮੁਖ ਪਿਆਰੇ ਜਿਨ੍ਹਾਂ ਨਾਲ ਉਹ ਈਰਖਾ ਕਰਦਾ ਰਿਹਾ, ਦੋਖ ਕਰਦਾ ਰਿਹਾ ਹੈ, ਉਹੀ ਕਹਿੰਦੇ ਉਹ ਦਿਆਲੂ ਹੁੰਦੇ ਨੇ, ਕਿਰਪਾਲੂ ਦਇਆਵਾਨ ਹੁੰਦੇ ਨੇ, ਉਹ ਤਰਸ ਵਿੱਚ ਆ ਜਾਂਦੇ, ਉਸ ਨੂੰ ਬਖਸ਼ ਦਿੰਦੇ ਨੇ। ਇਹ ਉਹਨਾਂ ਦੀ ਨਿਸ਼ਾਨੀ ਹੈ, ਖਿਆਲ ਰੱਖਣਾ। ਜੇ ਇੱਥੇ ਨਿੰਦਕ ਦੀਆਂ ਨਿਸ਼ਾਨੀਆਂ ਦੱਸੀਆਂ ਈਰਖਾਲੂ ਦੀਆਂ, ਤੇ ਗੁਰਮੁਖ ਦੀਆਂ ਵੀ ਕੁਝ ਨਿਸ਼ਾਨੀਆਂ ਨੇ। ਉਹਦਾ ਵੀ ਜੀਵਨ ਬੜਾ ਅਚੰਭੇ ਵਾਲਾ ਹੈ। ਉਹਦਾ ਅਚੰਭੇ ਵਾਲਾ ਕਿ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਉਹਨੂੰ ਸਤਾਏ, ਕਿੰਨਾ ਉਹਨੂੰ ਟੌਰਚਰ ਕਰੇ, ਪਰ ਉਹਦੇ ਮਨ ਵਿੱਚੋਂ ਫਿਰ ਵੀ ਉਹਦੇ ਭਲੇ ਦੇ ਪ੍ਰਤੀ ਕੁਝ ਨਾ ਕੁਝ ਨਿਕਲੇਗਾ। ਵਕਤੀ ਤੌਰ ਤੇ ਭਾਵੇਂ ਉਹਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਸ਼ਬਦ ਨਿਕਲ ਜਾਣ, ਕਿਉਂਕਿ ਉਹਨੂੰ ਪਰਮਾਤਮਾ ਨੇ ਸਬਕ ਸਿਖਾਉਣਾ ਹੁੰਦਾ ਉਸ ਦੋਖੀ ਨੂੰ, ਉਸ ਨਿੰਦਕ ਨੂੰ, ਪਰ ਫਿਰ ਵੀ ਉਹ ਭਲਾ ਚਾਹੁੰਦਾ ਹੈ। ਫਿਰ ਉਹਦਾ ਜਿਹੜਾ ਭਲਾ ਹੈ ਉਹਦੇ ਤੇ ਸਮਾਂ ਬਹੁਤ ਲੱਗਦਾ, ਲੰਬਾ ਸਮਾਂ, ਥੋੜ੍ਹਾ ਜਿਹਾ ਪ੍ਰੋਸੀਜਰ ਲੰਬਾ ਪੈ ਜਾਂਦਾ, ਤਾਂ ਕਿ ਉਹ ਪਰਤ ਕੇ ਨਾ ਉਸ ਦੁੱਖ ਵਿੱਚ, ਉਸ ਪਾਪ ਨੂੰ ਪਰਤ ਕੇ ਨਾ ਕਰੇ। ਕੁਦਰਤ ਫਿਰ ਉਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦੇ ਰਾਹ ਵਿੱਚ ਪਾ ਦਿੰਦੀ ਕਿ ਉਹ ਮੁੜ ਕੇ ਉਸ ਤਰ੍ਹਾਂ ਦੇ ਪਾਪ ਨੂੰ ਨਾ ਸਹੇੜੇ। ਇਸ ਕਰਕੇ ਜੇ ਉਹ ਚਾਹੇ ਗੁਰਮੁਖ, ਔਰ ਜਿਹੜਾ ਗੁਰਮੁਖ ਹੈ ਉਹਦੇ ਕੋਲ ਅਧਿਕਾਰ ਹੈ, ਮਾੜੇ ਲੋਕਾਂ ਦੀ ਉਹ ਸਾਧ ਸੰਗਤ ਗੱਲ ਕਰ ਸਕਦਾ ਹੈ, ਕਿਉਂਕਿ ਉਹਦੇ ਕੋਲ ਇੱਕ ਬੜਾ ਵੱਡਾ ਗੁਣ ਹੈ। ਮੈਂ ਇੱਥੇ ਬੇਨਤੀ ਕਰਦਾ, ਹੁਣ ਤੁਸੀਂ ਗੁਰਬਾਣੀ ਵਿੱਚ ਵੇਖੋਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਹੁਤ ਥਾਵਾਂ ਤੇ ਅਪਰਾਧੀ ਤੇ ਪਾਪੀ ਲੋਕਾਂ ਦੀ ਜੰਮ ਕੇ ਨਿੰਦਿਆ ਕੀਤੀ ਗਈ ਹੈ। ਉਹਨਾਂ ਦੇ ਮਾੜੇਪਣ ਨੂੰ ਕਿਹਾ ਗਿਆ ਉਹ ਅਪਰਾਧ ਕਰਦੇ ਨੇ, ਪਾਪੀ ਨੇ। ਇੰਜ ਲੱਗੇਗਾ ਗੁਰੂ ਸਾਹਿਬ ਵੀ ਤਾਂ ਨਿੰਦਿਆ ਕਰ ਰਹੇ ਨੇ, ਭਗਤ ਵੀ ਤੇ ਨਿੰਦਿਆ ਕਰ ਰਹੇ ਨੇ। ਜਿਵੇਂ ਭਗਤ ਕਬੀਰ ਜੀ ਦਾ ਸ਼ਬਦ ਪੜ੍ਹੋ, ਕਹਿੰਦੇ ਨੇ ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਇੱਥੇ ਹੁਣ ਨਿੰਦਕਾਂ ਦੀ ਨਿੰਦਾ ਹੋ ਰਹੀ ਹੈ, ਖਿਆਲ ਰੱਖੋ। ਆਪ ਨਾ ਦੇਹ ਚੁਰੂ ਭਰ ਪਾਣੀ, ਨਿੰਦਕ ਦੀ ਨਿਸ਼ਾਨੀ ਕੀ ਹੈ?
ਕਿਸੇ ਬੰਦੇ ਨੂੰ ਇੱਕ ਚੁਲੀ ਪਾਣੀ ਦੀ ਨਹੀਂ ਪਿਉਣਗੇ। ਉਹ ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਹੈ ਜੇ ਗੰਗਾ ਆਣੀ। ਤੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀ ਉਹਨਾਂ ਦੀ ਨਿੰਦਿਆ ਕਰਨਗੇ, ਇਹ ਉਹਦੀ ਨਿਸ਼ਾਨੀ। ਪਰ ਇਹਦੇ ਉੱਪਰਲੇ ਪਾਸੇ ਭਗਤ ਜੀ ਉਹਦੇ ਇਸ ਪਾਪ ਦੀ ਵਿਆਖਿਆ ਕਰ ਰਹੇ ਨੇ। ਗੁਰੂ ਸਾਹਿਬ ਨਿੰਦਕ ਦੇ ਪਾਪ ਦੀ ਜਿਵੇਂ ਕਿ ਉਹ ਬ੍ਰਾਹਮਣ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦਹੀਂ ਵਿੱਚ ਪਾ ਕੇ ਦੇਣ ਦਾ ਯਤਨ ਕਰਦਾ, ਉਹਦੇ ਬਾਰੇ ਕਹਿੰਦੇ ਨੇ ਦੁਸ਼ਟ ਬ੍ਰਾਹਮਣ ਮੁਆ ਹੋਏ ਸੂਲ। ਇੰਜ ਲੱਗਦਾ ਇਹਦੇ ਵਿੱਚ ਗੁਰੂ ਸਾਹਿਬ ਨਿੰਦਿਆ ਦੇ ਭਾਵ ਵਿੱਚ ਚਲੇ ਗਏ ਨੇ। ਇੱਥੇ ਮੈਂ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ। ਸਾਡੇ ਅੰਦਰ ਇੱਕ ਬਿਰਤੀ ਹੈ, ਅਸੀਂ ਹਰ ਇੱਕ ਚੀਜ਼ ਨੂੰ ਉਹਦੇ ਅਧਿਕਾਰੀ ਬਣਨੇ ਆ, ਜੱਜਮੈਂਟ ਕਰ ਲੈਂਦੇ ਆ, ਫੈਸਲੇ ਦੇਣ ਲੱਗ ਪੈਂਦੇ। ਧਰਮ ਦੇ ਮਾਰਗ ਦਾ ਇੱਕ ਬਹੁਤ ਡੂੰਘਾ ਨਿਯਮ ਹੈ, ਤੂੰ ਵੇਖ ਜੋ ਕੁਝ ਸਾਹਮਣੇ ਹੋ ਰਿਹਾ, ਤੂੰ ਸੁਣ ਜੋ ਕੁਝ ਸੰਸਾਰ ਵਿੱਚ ਵਰਤ ਰਿਹਾ ਹੈ, ਪਰ ਤੂੰ ਉਹਦੇ ਬਾਰੇ ਅੰਦਰੋਂ ਫੈਸਲਾ ਨਾ ਦੇਈਂ ਵੀ ਇਹ ਗਲਤ ਹੈ ਤੇ ਠੀਕ ਹੈ। ਰਸਨਾ ਤੋਂ ਬੋਲਣਾ ਪਏ ਤੇ ਬੋਲ ਵੀ ਦੇ, ਖਿਆਲ ਰੱਖ। ਤੇਰੀ ਜੜ ਵਿੱਚ ਉੱਥੇ ਅਪਰਾਧੀ ਦੇ ਪ੍ਰਤੀ ਈਰਖਾ ਨਹੀਂ ਆਉਣੀ ਚਾਹੀਦੀ। ਔਰ ਇਹ ਵੀ ਖਿਆਲ ਰੱਖੀ, ਜੋ ਚੰਗਿਆਈ ਕਰਦਾ ਉਹਦੀ ਖੁਸ਼ਾਮਦ ਨਾ ਕਰੀ, ਨਹੀਂ ਤੇ ਤੂੰ ਫਿਰ ਦੂਸਰੇ ਦੀ ਈਰਖਾ ਵੀ ਕਰੇਂਗਾ। ਇਹ ਬੜਾ ਬਰੀਕ ਮਸਲਾ ਹੈ। ਜੇ ਤੂੰ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤੇ ਤੂੰ ਜੱਜਮੈਂਟ ਨਹੀਂ ਕਰਨੀ ਕਿਸੇ ਵੀ ਕੰਮ ਦੀ। ਜੋ ਸਾਹਮਣੇ ਹੋ ਰਿਹਾ ਮਾੜਾ, ਉਹਨੂੰ ਵੇਖ, ਉਹਦੀ ਵਿਆਖਿਆ ਕਰ, ਉਹਦੇ ਬਾਰੇ ਸੋਚ, ਕਿਉਂਕਿ ਸੋਚਣਾ ਜਿਹੜਾ ਮਾਈਂਡ ਦਾ ਧਰਮ ਹੈ, ਉਹ ਹਿਰਦੇ ਦਾ ਨਹੀਂ। ਨੁਕਸਾਨ ਉਦੋਂ ਹੁੰਦਾ ਜਦੋਂ ਅਸੀਂ ਗਹਿਰੇ ਤਲ ਤੋਂ ਸੰਸਾਰ ਦੀ ਵਿਆਖਿਆ ਵਿੱਚ ਡੁੱਬਨੇ ਆ, ਸਾਰੇ ਆਪਣੇ ਆਪ ਨੂੰ ਉਹਦੇ ਵਿੱਚ ਲੈ ਜਾਂਦੇ ਆ, ਅੰਦਰੋਂ ਜ਼ੋਰ ਲਾਉਂਦੇ ਆ ਪਾਪੀ ਹੈ। ਬੜੇ ਗੁਰਮੁਖ ਪਿਆਰੇ ਇਸ ਤਰ੍ਹਾਂ ਮਿਲਦੇ ਨੇ, ਕਹਿੰਦੇ ਹੋਰ ਤਾਂ ਕੋਈ ਦੁੱਖ ਨਹੀਂ, ਬਸ ਸੰਸਾਰ ਨੂੰ ਵੇਖ ਵੇਖ ਕੇ ਦੁਖੀ ਹੋ ਜਾਂਦੇ। ਕਿਉਂ? ਪਾਪ ਬੜਾ ਹੈ, ਦੁੱਖ ਬੜਾ ਹੈ। ਤੇ ਜੇ ਉਹਨਾਂ ਨੂੰ ਕਹੀਏ ਤੁਸੀਂ ਸੰਸਾਰ ਨੂੰ ਛੱਡੋ, ਕਹਿੰਦੇ ਛੱਡੀਏ ਕਿਵੇਂ? ਸਾਹਮਣੇ ਹੈ। ਇਹ ਵੀ ਸੱਚ ਹੈ। ਜੋ ਸਾਹਮਣੇ ਵਰਤ ਰਿਹਾ ਉਹਦੇ ਬਾਰੇ ਬੰਦਾ ਵੇਖੇਗਾ ਤੇ ਉਹਦੀ ਵਿਆਖਿਆ ਤੇ ਹੋਏਗੀ। ਪਰ ਉੱਥੇ ਸਾਨੂੰ ਇੱਕ ਜੁਗਤ ਨਹੀਂ ਆਈ, ਗੁਰੂ ਤੋਂ ਅਸੀਂ ਪ੍ਰਾਪਤ ਨਹੀਂ ਕੀਤੀ ਕਿ ਅਸੀਂ ਜੋ ਕੁਝ ਸੰਸਾਰ ਵਿੱਚ ਵਿਚਰ ਰਿਹਾ ਹੈ, ਇਹ ਸਾਧ ਸੰਗਤ ਜੀ, ਇਹਨੂੰ ਗੁਰੂ ਸਾਹਿਬ ਨੇ ਉਦਿਆਨ ਕਿਹਾ, ਜੰਗਲ। ਤੇ ਤੁਸੀਂ ਜਦੋਂ ਜੰਗਲ ਵਿੱਚ ਜਾਓਗੇ ਨਾ, ਧਿਆਨ ਦੇਣਾ, ਜੰਗਲ ਦੇ ਵਿੱਚ ਜਿੱਥੇ ਅਮਰੂਦ ਉੱਗੇ ਨੇ ਉੱਥੇ ਕਿੱਕਰ ਵੀ ਹੋਣਗੇ। ਜੰਗਲ ਦੇ ਅਰਥ ਹੀ ਇਹ ਨੇ, ਕਿੱਕਰਾਂ ਨੇ ਹੋਣਾ ਹੀ ਉੱਥੇ। ਜਿੱਥੇ ਉੱਥੇ ਅਨਾਰ ਉੱਗੇ ਨੇ ਉੱਥੇ ਝਾੜੀਆਂ ਵੀ ਹੋਣਗੀਆਂ। ਤੁਸੀਂ ਜਿੰਨਾ ਮਰਜ਼ੀ ਕੱਟੋ, ਜੰਗਲ ਨੂੰ ਤੁਸੀਂ ਝਾੜੀ ਮੁਕਤ ਨਹੀਂ ਕਰ ਸਕਦੇ, ਕੰਡਿਆਂ ਤੋਂ ਮੁਕਤ ਨਹੀਂ ਕਰ ਸਕਦੇ, ਫਿਰ ਉਹ ਜੰਗਲ ਹੀ ਨਾ ਰਿਹਾ। ਬਸ ਉੱਥੇ ਲੋੜ ਇੱਕ ਹੈ ਕਿ ਉਸ ਜੰਗਲ ਦੇ ਵਿੱਚੋਂ ਲੰਘਦੇ ਹੋਏ ਤੁਹਾਡੇ ਪੈਰਾਂ ਵਿੱਚ ਵਧੀਆ ਜੋੜਾ ਹੋਣਾ ਚਾਹੀਦਾ ਕਿ ਤੁਸੀਂ ਕੰਡਿਆਂ ਨੂੰ ਲਤਾੜ ਕੇ ਨਿਕਲ ਜਾਓ। ਤੁਹਾਡੇ ਕੋਲ ਪ੍ਰਬੰਧ ਹੋਣਾ ਚਾਹੀਦਾ। ਜਿਹੜੇ ਲੋਕ ਗੁਰੂ ਕੇ ਸ਼ਬਦ ਨੂੰ ਪਹਿਨ ਲੈਂਦੇ ਨੇ, ਵਰਤ ਲੈਂਦੇ ਨੇ, ਉਹ ਇਸ ਜੰਗਲ ਦੀ ਕੰਡਿਆਲੀ ਧਰਤੀ ਤੋਂ ਨਿਕਲ ਜਾਂਦੇ ਨੇ। ਔਰ ਇਹਨਾਂ ਕੰਡਿਆਂ ਦੀ ਚੋਭ ਉਹਨਾਂ ਨੂੰ ਚੁੱਭਦੀ ਨਹੀਂ, ਨਿਕਲਦੇ ਵਿੱਚੋਂ ਹੀ ਨੇ। ਉਹ ਜੱਜਮੈਂਟ ਨਹੀਂ ਕਰਦੇ, ਉਹ ਖੁੱਭਦੇ ਨਹੀਂ, ਉਹ ਫੈਸਲਾ ਨਹੀਂ ਲੈਂਦੇ ਕੌਣ ਮਾੜਾ ਤੇ ਕੌਣ ਚੰਗਾ ਹੈ। ਬਸ ਉਹਦੀ ਵਿਆਖਿਆ ਕਰੀ ਜਾਂਦਾ ਮਨ। ਆਪਣੇ ਆਪ ਨੂੰ ਉਹਦੇ ਵਿੱਚ ਗਹਿਰਾ ਨਹੀਂ ਡੁੱਬਣ ਦਿੰਦੇ, ਇਸ ਕਰਕੇ ਉਹ ਨਿੰਦਿਆ ਦੇ ਦੋਖ ਤੋਂ ਬਚ ਜਾਂਦੇ। ਬਾਕੀ ਸਾਰਾ ਸੰਸਾਰ ਨਿੰਦਿਆ ਦੇ ਵਿੱਚ ਫਸਿਆ ਰਹਿੰਦਾ, ਮਾੜੇ ਚੰਗੇ ਵਿੱਚ ਫਸਿਆ ਰਹਿੰਦਾ। ਤਾਂ ਬਚਨ ਦਾ ਇੱਕੋ ਤਰੀਕਾ ਹੈ ਕਿ ਜੋ ਕੁਝ ਅਸੀਂ ਵੇਖਨੇ ਆ ਉਹਦੇ ਬਾਰੇ ਅਸੀਂ ਜੱਜ ਨਾ ਹੋਈਏ, ਅਸੀਂ ਫੈਸਲਾ ਲੈਣ ਵਾਲੇ ਨਾ ਹੋਈਏ। ਇਹ ਉਹਨੇ ਬਣਾਇਆ ਹੈ, ਅਸੀਂ ਸਿਰਫ ਵੇਖ ਰਹੇ ਹਾਂ। ਫਿਰ ਅਸੀਂ ਬਚ ਸਕਨੇ ਹਾਂ, ਫਿਰ ਅਸੀਂ ਮਾੜੀ ਦੀ ਵਿਆਖਿਆ ਵੀ ਕਰ ਸਕਨੇ ਹਾਂ, ਚੰਗੇ ਦੀ ਵਿਆਖਿਆ ਵੀ। ਤਾਂ ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਕਿ ਨਿੰਦਕ ਜੋ ਅੰਦਰੋਂ ਦੋਖ ਕਰ ਰਿਹਾ ਹੈ, ਉਹਦੀ ਹਾਲਾਤ ਕਿਵੇਂ ਦੀ ਹੋ ਜਾਂਦੀ। ਸਾਹਿਬ ਕਹਿੰਦੇ ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਜਿਹੜੇ ਲੋਕ ਗੁਰਮੁਖਾਂ ਦੀ ਨਿੰਦਿਆ ਅੰਦਰੋਂ ਈਰਖਾ ਕਰਦੇ ਨੇ, ਉਹ ਅੰਦਰੋਂ ਬਿਲਕਦੇ ਰਹਿੰਦੇ ਨੇ, ਸੜੇ ਪੁੱਜੇ। ਉਹਨਾਂ ਦਾ ਹਰ ਇੱਕ ਕਦਮ ਜਿੱਥੇ ਪੈਂਦਾ ਹੈ ਉੱਥੇ ਬੇਰਸੀ ਪੈਦਾ ਹੁੰਦੀ। ਉਹਨਾਂ ਦੇ ਸ਼ਬਦ ਅਕਾਉਣ ਵਾਲੇ ਹੁੰਦੇ ਨੇ, ਜੀਵਨ ਨੂੰ ਦੁੱਖ ਦੇਣ ਵਾਲੇ, ਬਿਛੂਆਂ ਸਮਾਨ। ਉਹੀ ਸ਼ਬਦ ਜਿਹੜੇ ਸਨ ਉਹਨਾਂ ਨੇ ਲੋਕਾਂ ਦਾ ਜੀਵਨ ਬਦਲ ਦੇਣਾ ਸੀ, ਪਰ ਉਹ ਹੀ ਡੰਗ ਮਾਰਦੇ ਨੇ ਸ਼ਬਦ। ਇਸ ਤਰ੍ਹਾਂ ਦੇ ਹੋ ਜਾਂਦੇ, ਇਸ ਤਰ੍ਹਾਂ ਉਹ ਬਿਲ ਲਾਉਂਦੇ ਨੇ
ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸ ਤਰ੍ਹਾਂ ਜਿਹੜੇ ਈਰਖਾਲੂ ਹਨ ਗੁਰਮੁਖਾਂ ਦੇ, ਉਹ ਤੜਫਦੇ ਰਹਿੰਦੇ। ਹਜ਼ੂਰ ਕਹਿੰਦੇ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ। ਜਿਹੜਾ ਸੰਤ ਦਾ, ਗੁਰਮੁਖਾਂ ਦਾ ਨਿੰਦਕ ਹੈ, ਦੋਖੀ ਹੈ, ਈਰਖਾਲੂ ਹੈ, ਉਹਦੇ ਮਨ ਦੀ ਕਦੀ ਭੁੱਖ ਨਹੀਂ ਨਿਕਲਦੀ, ਉਹਦੀ ਤ੍ਰਿਸ਼ਨਾ ਕਦੀ ਸ਼ਾਂਤ ਨਹੀਂ ਹੁੰਦੀ। ਸਦੀਵ ਕਾਲ ਵਾਸਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ, ਕਦੀ ਉਹਨੂੰ ਰੁਝੇਵਾਂ ਨਹੀਂ ਮਿਲਦਾ। ਹਜ਼ੂਰ ਕਹਿੰਦੇ ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਜਿਵੇਂ ਅੱਗ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ, ਈਂਧਨ ਦੇ ਅਰਥ ਨੇ ਬਲਣ ਵਾਲਾ ਸਾਜੋ ਸਮਾਨ, ਜਾਂ ਇਹਦੇ ਅਰਥ ਕਰਾਂਗੇ ਲੱਕੜਾਂ। ਜਿਵੇਂ ਅੱਗ ਤੇ ਤੁਸੀਂ ਜਿੰਨੀਆਂ ਮਰਜ਼ੀ ਲੱਕੜਾਂ ਪਾਓ, ਅੱਗ ਲੱਕੜਾਂ ਪਾਉਣ ਨਾਲ ਕਦੀ ਸ਼ਾਂਤ ਨਹੀਂ ਹੁੰਦੀ। ਇਸ ਤਰ੍ਹਾਂ ਜਿਹੜਾ ਗੁਰਮੁਖਾਂ ਦਾ ਈਰਖਾਲੂ ਹੈ, ਉਹਨੂੰ ਕਦੀ ਤ੍ਰਿਪਤੀ ਨਹੀਂ ਆਉਂਦੀ, ਕਦੀ ਰਜੇਵਾਂ ਨਹੀਂ ਆਉਂਦਾ। ਭਾਵੇਂ ਕਿੰਨੀਆਂ ਵੀ ਪਦਾਰਥਾਂ ਦੀਆਂ ਲੱਕੜਾਂ ਉਹ ਆਪਣੇ ਜੀਵਨ 'ਤੇ ਪਾਉਂਦੇ ਰਹਿਣ, ਭਾਵ ਆਪਣੇ ਜੀਵਨ ਨੂੰ ਪਦਾਰਥਾਂ ਦੇ ਨਾਲ ਤ੍ਰਿਪਤ ਕਰਨ ਦਾ ਯਤਨ ਕਰਨ, ਇਹ ਤ੍ਰਿਪਤੀ ਉਹਨਾਂ ਨੂੰ ਨਹੀਂ ਮਿਲਦੀ। ਧਰਾਪੈ ਦੇ ਅਰਥ ਨੇ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਹਜ਼ੂਰ ਕਹਿੰਦੇ ਸੰਤ ਕਾ ਦੁਖੀ ਛੁਟੈ ਇਕੇਲਾ, ਜਿਉਂ ਬਵਾੜ ਤਿਲ ਖੇਤ ਮਾਹੇ ਦੁਹੇਲਾ। ਗੁਰਮੁਖਾਂ ਨਾਲ ਈਰਖਾ ਕਰਨ ਵਾਲੇ ਲੋਕ ਇਕੱਲੇ ਹੋ ਜਾਂਦੇ ਨੇ, ਭਾਵ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਜਿਵੇਂ ਕਹਿੰਦੇ ਜਿਉਂ ਬਵਾੜ ਤਿਲ, ਜਿਵੇਂ ਇੱਕ ਬਵਾੜੇ ਦਾ ਤਿਲ ਫਸਲ ਹੁੰਦੀ ਹੈ, ਖੇਤ ਮਾਹੇ ਦੁਹੇਲਾ। ਜਿਵੇਂ ਕਿ ਫਸਲ ਦੇ ਵਿੱਚ, ਤਿਲਾਂ ਦੇ ਵਿੱਚ ਇੱਕ ਬਵਾੜ ਦਾ ਤਿਲ ਹੁੰਦਾ ਹੈ, ਭਾਵ ਜਿਹਨੂੰ ਦਾਣੇ ਨਹੀਂ ਲੱਗਦੇ, ਉੱਗਦਾ ਹੈ, ਫਲ ਪੱਤੇ ਲੱਗਦੇ ਨੇ, ਔਰ ਕਈ ਵਾਰੀ ਤਾਂ ਉਹ ਦੂਜੀ ਫਸਲ ਨਾਲੋਂ ਵੀ ਵਧੀਆ ਪੱਤੇ ਲੈਂਦਾ, ਉੱਚਾ ਹੁੰਦਾ ਹੈ, ਤੰਦਰੁਸਤ ਲੱਗਦਾ ਹੈ। ਪਰ ਜਦੋਂ ਉਹ ਫਲੀ 'ਤੇ ਆਉਂਦਾ ਹੈ, ਉੱਥੇ ਉਸ ਨੂੰ ਫਲ ਨਹੀਂ ਲੱਗਦਾ, ਉਸ ਨੂੰ ਦਾਣੇ ਨਹੀਂ ਪੈਂਦੇ। ਇਸ ਤਰ੍ਹਾਂ ਜਿਹੜੇ ਈਰਖਾਲੂ ਲੋਕ ਨੇ, ਉਹਨਾਂ ਦਾ ਜੀਵਨ ਪ੍ਰਫੁੱਲਿਤ ਤੇ ਲੱਗਦਾ, ਬਹੁਤ ਵੱਡਾ ਲੱਗਦਾ ਹੈ, ਪਰ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਗੁਰੂ ਕੇ ਸ਼ਬਦ ਦਾ ਫਲ ਨਹੀਂ ਲੱਗਦਾ, ਦਾਣਾ ਨਹੀਂ ਪੈਂਦਾ। ਇਸ ਕਰਕੇ ਉਹ ਫਲ ਰਹਿਤ, ਆਨੰਦ ਰਹਿਤ ਰਹਿ ਜਾਂਦੇ ਨੇ। ਇਸ ਤਰ੍ਹਾਂ ਉਹ ਬਵਾੜ ਦੇ ਤਿਲ ਵਾਂਗ ਸੰਸਾਰ ਦੇ ਵਿੱਚ ਬਿਲਕੁਲ ਮੁੱਲਹੀਣ ਹੋ ਜਾਂਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸੰਤ ਕਾ ਦੋਖੀ ਧਰਮ ਤੇ ਰਹਿਤ। ਜਿਹੜਾ ਗੁਰਮੁਖਾਂ ਦਾ ਨਿੰਦਕ ਹੈ, ਭਾਵ ਦੋਖੀ ਹੈ, ਉਹ ਧਰਮ ਤੋਂ ਰਹਿਤ ਹੋ ਜਾਂਦਾ ਹੈ, ਧਰਮ ਤੋਂ ਬਿਨਾਂ ਹੋ ਜਾਂਦਾ ਹੈ। ਉਹਦੇ ਕੋਲ ਧਰਮ ਨਹੀਂ ਰਹਿੰਦਾ, ਧਰਮ ਉਹਦੇ ਅੰਦਰ ਟਿਕਦਾ ਨਹੀਂ, ਅਧਰਮੀ ਹੋ ਜਾਂਦਾ ਹੈ। ਸੰਤ ਕਾ ਦੋਖੀ ਸਾਧੂ ਮਿਥਿਆ ਕਹਿਤ। ਉਹਦੀ ਰਸਨਾ ਤੋਂ ਹਮੇਸ਼ਾ ਝੂਠ ਨਿਕਲਦਾ, ਸਦ ਮਿਥਿਆ ਕਹਿਤ। ਇੱਥੋਂ ਤੱਕ ਕਿ ਜੇ ਉਹਦੀ ਰਸਨਾ ਤੋਂ ਸੱਚ ਵੀ ਨਿਕਲੇ, ਉਹ ਸੱਚ ਦੀ ਜਿਹੜੀ ਤਸਵੀਰ ਹੈ ਉਹ ਵੀ ਝੂਠ ਹੋ ਜਾਂਦੀ ਹੈ, ਕਿਉਂਕਿ ਜੋ ਕੁਝ ਅਸੀਂ ਆਪ ਹਾਂ ਉਹ ਹੀ ਸਾਡੇ ਤੋਂ ਨਿਕਲੇਗਾ। ਇੱਕ ਗੱਲ ਖਿਆਲ ਰੱਖਣਾ, ਝੂਠੇ ਆਦਮੀ ਤੋਂ ਬੋਲਿਆ ਹੋਇਆ ਸੱਚ ਕਦੀ ਸੱਚ ਨਹੀਂ ਹੁੰਦਾ, ਔਰ ਜਿਹੜਾ ਆਦਮੀ ਸੱਚ ਨਾਲ ਭਰਪੂਰ ਹੈ, ਉਹਦੇ ਜੀਵਨ ਵਿੱਚੋਂ ਕਦੀ ਝੂਠ ਬਾਹਰ ਨਿਕਲਦੇ ਨੇ। ਜਿਵੇਂ ਦੇ ਅਸੀਂ ਖੁਦ ਹਾਂ, ਸਾਡੇ ਵਿੱਚੋਂ ਉਹੀ ਚੀਜ਼ ਬਾਹਰ ਨਿਕਲੇਗੀ। ਜੇ ਸਾਡੇ ਅੰਦਰ ਝੂਠ ਹੈ ਤਾਂ ਅਸੀਂ ਰਸਨਾ ਤੋਂ ਸੱਚ ਕਹੀਏ, ਉਹ ਸੱਚ ਦਾ ਕੋਈ ਮੁੱਲ ਨਹੀਂ, ਉਹ ਲਿਬੜਿਆ ਹੋਇਆ ਸੱਚ ਹੈ, ਮੈਲਾ ਸੱਚ, ਉਹ ਸੱਚ ਦੇ ਕੋਈ ਅਰਥ ਨਹੀਂ। ਜਿਵੇਂ ਸਾਡੇ ਅੰਦਰਲੇ ਹਿੱਸੇ ਦੇ ਵਿੱਚ ਜਿਵੇਂ ਦਾ ਸਾਡਾ ਸਰੂਪ ਹੈ, ਅਸੀਂ ਉਹ ਹੀ ਬਾਹਰ ਕੱਢਾਂਗੇ। ਭਾਵੇਂ ਕਿੰਨੀਆਂ ਬਹੁਮੁੱਲੀਆਂ ਚੀਜ਼ਾਂ ਅਸੀਂ ਆਪਣੀ ਰਸਨਾ ਤੋਂ ਬੋਲੀਏ, ਅਸੀਂ ਕਿੰਨੇ ਵੀ ਚੰਗੇ ਕੰਮ ਆਪਣੇ ਹੱਥਾਂ ਨਾਲ ਕਰੀਏ, ਪਰ ਜੜ ਵਿੱਚ ਜੇ ਰੋਗ ਹੈ, ਜੜ ਵਿੱਚ ਜੇ ਸਾਡੇ ਮੈਲ ਹੈ, ਤੇ ਸਾਡੇ ਕੰਮਾਂ ਦੇ ਵਿੱਚ ਚੰਗਿਆਈ ਨਹੀਂ ਆ ਸਕੇਗੀ, ਉਹਦੇ ਵਿੱਚ ਵੀ ਕੋਈ ਨਾ ਕੋਈ ਦੁੱਖ। ਤਾਂ ਸਵਾਲ ਖੜਾ ਸਾਡੇ ਆਪਣੇ ਆਪ 'ਤੇ। ਜਦੋਂ ਖੁਦ ਆਪਣੇ ਆਪ ਨੂੰ ਤਬਦੀਲ ਕਰਾਂਗੇ ਗੁਰੂ ਕਿਰਪਾ ਦੁਆਰਾ, ਤਾਂ ਬਾਹਰਲੀਆਂ ਚੀਜ਼ਾਂ ਆਪਣੇ ਆਪ ਤਬਦੀਲ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਿੰਨਾ ਚਿਰ ਅਸੀਂ ਆਪਣੇ ਅੰਦਰਲੇ ਹਿੱਸੇ ਨੂੰ ਸਚਿਆਰ ਨਹੀਂ ਕਰਦੇ, ਉਹਨਾਂ ਚਿਰ ਜਿਹੜਾ ਵੀ ਅਸੀਂ ਸ਼ੁਭ ਕਰਮ ਕਰਾਂਗੇ, ਉਹ ਸਮਾਂ ਪਾ ਕੇ ਫਿਰ ਥੋਥਾ ਹੋ ਜਾਏਗਾ, ਫਿੱਕਾ ਪੈ ਜਾਏਗਾ, ਕੰਮ ਨਹੀਂ ਦੇਵੇਗਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਸਦਾ ਹੀ ਮਿਥਿਆ ਹੀ ਕਹਿੰਦਾ, ਝੂਠ ਕਹਿੰਦਾ ਹੈ। ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਹਜ਼ੂਰ ਕਹਿੰਦੇ ਕਿਰਤ ਨਿੰਦਕ ਕਾ ਧੁਰ ਹੀ ਪਿਆ।
ਨਾਨਕ ਜੋ ਤਿਸ ਭਾਵੈ ਸੋਈ ਥਿਆ। ਕਿਰਤ ਨਿੰਦਕ ਕਾ, ਕਿਰਤ ਦਾ ਅਰਥ ਹੈ ਜਦੋਂ ਕਿਸੇ ਕੰਮ ਨੂੰ ਬਹੁਤੀ ਵਾਰ ਕਰੀਏ ਨਾ, ਉਹ ਮਨੁੱਖ ਦੇ ਅੰਦਰ ਥਾਂ ਬਣਾ ਲੈਂਦਾ ਹੈ, ਫਿਰ ਉਹਦੇ ਅੰਦਰ ਉਹ ਆਦਤ ਬਣ ਕੇ ਪੱਕਾ ਹੋ ਜਾਂਦਾ ਹੈ। ਜਦੋਂ ਕੋਈ ਈਰਖਾਲੂ ਮਨੁੱਖ ਬਹੁਤਾ ਚਿਰ ਈਰਖਾ ਵਿੱਚ ਰਹਿੰਦਾ ਤਾਂ ਉਹਦੇ ਅੰਦਰ ਈਰਖਾ ਘਰ ਬਣਾ ਲੈਂਦੀ, ਨਿੰਦਿਆ ਉਹਦੇ ਅੰਦਰ ਘਰ ਬਣਾ ਲੈਂਦੀ। ਇਸ ਕਰਕੇ ਇਹ ਰੋਗ ਸਮੇਂ ਨਾਲ ਹਟਦਾ ਹੈ। ਜਿਸ ਨੂੰ ਕੱਟਣਾ ਵੀ ਹੋਵੇ ਇੱਕਦਮ ਨਹੀਂ ਛੁੱਟੇਗਾ, ਸਹਿਜੇ ਸਹਿਜੇ ਇਸ ਦਾ ਸਮਾਂ ਕੱਟੇਗਾ। ਕੋਈ ਵੀ ਵਿਕਾਰ ਹੈ ਜੀਵਨ ਵਿੱਚ, ਜਿਵੇਂ 5 ਵਿਕਾਰ ਨੇ, ਉਹ ਇੱਕਦਮ ਨਸ਼ਟ ਨਹੀਂ ਹੁੰਦੇ, ਉਹਨਾਂ ਦਾ ਸਮਾਂ ਘਟੇਗਾ। ਜਿਵੇਂ ਪਹਿਲਾਂ ਕੋਈ ਰੋਗ ਜਿਹੜਾ ਵਿਕਾਰ ਹੈ 24 ਘੰਟੇ ਰਹਿੰਦਾ ਸੀ, ਫਿਰ 23 ਘੰਟੇ ਤੇ ਆ ਜਾਏਗਾ, ਫਿਰ 22 ਘੰਟੇ ਤੇ, ਫਿਰ 21 ਤੇ, ਸਹਿਜੇ ਸਹਿਜੇ ਉਹਦਾ ਵਕਤ ਘਟਦਾ ਜਾਏਗਾ। ਤੇ ਜਿਸ ਸਮੇਂ ਜਾ ਕੇ ਉਹ ਅੱਧੇ ਘੰਟੇ ਤੇ ਜਾਂ 15 ਮਿੰਟ ਤੇ ਆਏਗਾ, ਉਦੋਂ ਬੜਾ ਜ਼ਬਰਦਸਤ ਤਾਕਤਵਰ ਹੋ ਜਾਏਗਾ। ਖਿਆਲ ਰੱਖ, ਉਦੋਂ ਉਸ ਨੂੰ ਕੱਟਣਾ ਬਹੁਤ ਔਖਾ ਹੋ ਜਾਏ। ਲੰਮੇ ਸਮੇਂ ਨੂੰ ਘੱਟ ਕਰਨਾ ਸੌਖਾ ਹੈ, ਪਰ ਉਹ ਜਿਉਂ-ਜਿਉਂ ਸੂਖਸ਼ਮ ਹੋਵੇਗਾ ਉਹਦੀ ਤਾਕਤ ਵਧੇਗੀ। ਖਿਆਲ ਰੱਖਣਾ। ਇੱਥੇ ਆ ਕੇ ਧਾਰਮਿਕ ਲੋਕ ਵੀ ਖੜੇ ਹੋ ਜਾਂਦੇ ਨੇ, ਬਾਹਾਂ ਖੜੀਆਂ ਹੋ ਜਾਂਦੀਆਂ ਗੁਰੂ ਤੋਂ ਬਿਨਾਂ, ਕਿਉਂਕਿ ਜਿੰਨਾ ਉਹ ਸੂਖਸ਼ਮ ਹੁੰਦਾ ਹੈ ਉਹਨਾਂ ਤਾਕਤਵਰ ਹੁੰਦਾ ਜਾਏਗਾ, ਉਨੀ ਉਹਦੀ ਸ਼ਕਤੀ ਵੱਧ ਜਾਏਗੀ। ਤਾਂ ਇਸ ਤਰ੍ਹਾਂ ਧਾਰਮਿਕ ਲੋਕਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਧਣ ਦੇ ਹੀ ਕਾਰਨ ਨੇ ਕਿ ਉਹ ਛੋਟੀਆਂ ਹੋ ਗਈਆਂ ਤੇ ਉਨੀਆਂ ਤਾਕਤਵਰ ਹੋ ਗਈਆਂ। ਫਿਰ ਉਹਨਾਂ ਨੂੰ ਸਹਿਜੇ ਸਹਿਜੇ ਗੁਰੂ ਕੇ ਸ਼ਬਦ ਦੁਆਰਾ ਤੋੜਿਆ ਜਾਂਦਾ ਹੈ, ਕੱਢਿਆ ਜਾਂਦਾ ਅੰਦਰੋਂ, ਤੇ ਫਿਰ ਉਹ ਅੰਦਰਲਾ ਹਿੱਸਾ ਉਹਦਾ ਸਾਫ਼ ਹੁੰਦਾ ਹੈ। ਸਤਿਗੁਰੂ ਕਹਿੰਦੇ ਜਿਹੜਾ ਨਿੰਦਕ ਹੈ ਉਹਨੇ ਇੰਨੀ ਵਾਰ ਨਿੰਦਿਆ ਕੀਤੀ ਕਿ ਉਹਦਾ ਹੁਣ ਕਿਰਤ ਦਾ ਭਾਵ ਹੈ, ਉਹਦੀ ਕਿਰਤ ਬਣ ਕੇ ਨਿੰਦਿਆ ਕਰਨੀ। ਜੇ ਉਹ ਨਿੰਦਿਆ ਨਹੀਂ ਕਰਦਾ ਤੇ ਬਿਮਾਰ ਹੁੰਦਾ ਹੈ। ਕਈ ਰੋਗ ਨੇ ਤੁਸੀਂ ਵੇਖੋਗੇ, ਜਿਹੜੀ ਸਾਡੇ ਅੰਦਰ ਆਦਤ ਪਰਪੱਕ ਹੋ ਜਾਏ ਨਾ, ਉਹ ਰਹਿ ਨਹੀਂ ਸਕੇਗਾ ਆਦਮੀ ਗੱਲ ਕਹਿਣ ਤੋਂ, ਭਾਵੇਂ ਸਾਧ ਸੰਗਤ ਜੀ ਉਹਨੂੰ ਪਸ਼ੂਆਂ ਕੋਲ ਜਾ ਕੇ ਨਾ ਗੱਲ ਕਰਨੀ ਪਏ। ਜੇ ਨਾ ਵਿੱਚੋਂ ਇਹ ਗੱਲ ਕੱਢੇਗਾ ਤੇ ਬਿਮਾਰ ਹੋ ਜਾਏਗਾ, ਅੰਦਰ ਬੰਦ ਹੋ ਜਾਏਗਾ। ਇਸ ਕਰਕੇ ਆਪਾਂ ਲੱਭਦੇ ਫਿਰਨੇ ਆ ਲੋਕਾਂ ਨੂੰ ਸਵੇਰੇ ਉੱਠ ਕੇ। ਕਿਉਂ? ਕਿਸੇ ਦੀ ਨਿੰਦਿਆ ਕਰਨੀ, ਕੋਈ ਆਦਮੀ ਮਿਲੇ, ਕੋਈ ਲੱਭੇ, ਉਹ ਐਨਰਜੀ ਅੰਦਰ ਆਦਮੀ ਨੂੰ ਦੁਖੀ ਕਰਦੀ, ਤੰਗ ਕਰਦੀ ਹੈ, ਉਹਨੂੰ ਬਾਹਰ ਕੱਢਣਾ ਹੁੰਦਾ ਕਿਸੇ ਨਾ ਕਿਸੇ। ਤਾਂ ਜਿੰਨਾ ਚਿਰ, ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਪ੍ਰੇਮ ਕੀ ਹੈ, ਸਾਡੇ ਅੰਦਰ ਜਿਹੜੀ ਲਗਾਤਾਰ ਇੱਕ ਤਾਕਤ ਬਣ ਰਹੀ ਹੈ, ਉਹਦਾ ਨਿਕਾਸ ਰੁਕ ਗਿਆ ਹੈ, ਤਾਂ ਹੀ ਉਹਦੇ ਵਿਕਾਰ ਬਣੇ ਨੇ। ਕਈ ਵਾਰੀ ਬੜੇ ਲੋਕ ਕਹਿੰਦੇ ਨੇ ਵੀ ਜੇ ਧਰਮ ਨਾ ਤੁਸੀਂ ਕਮਾਓ ਤੇ ਕੋਈ ਇਹਦੇ ਵਿੱਚ ਹਰਜ ਕੀ ਹੈ, ਵੈਸੇ ਵੀ ਤੇ ਜੀਵਿਆ ਜਾ ਸਕਦਾ ਹੈ। ਇਹ ਤਰਕ ਹੈ ਅਗਿਆਨਤਾ ਭਰਿਆ। ਜਿੰਨਾ ਚਿਰ ਅਗਿਆਨ ਹੈ ਉਹਨਾਂ ਚਿਰ ਤਰਕ ਰਹੇਗਾ। ਔਰ ਇਹ ਅਗਿਆਨ ਨਾਲ ਬਹੁਤੇ ਲੋਕ ਭਰੇ ਹੋਏ ਨੇ ਕਿ ਜੇ ਅਸੀਂ ਧਰਮੀ ਨਾਮ ਹੀ ਹੋਈਏ, ਸਰ ਤਾਂ ਜਾਏਗਾ ਹੀ, ਕੀ ਲੋੜ ਪਈ ਇਸ ਦੀ। ਤਾਂ ਜਿਹੜਾ ਧਰਮ ਹੈ ਨਾ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਜੀਵਨ ਬਖਸ਼ਿਆ, ਇਹਦੀ ਜ਼ਰੂਰਤ ਹੈ। ਇਹਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਅਖਤਿਆਰ ਕਰ ਲਈਏ ਤਾਂ ਵੀ ਠੀਕ ਹੈ, ਜੇ ਨਾ ਕਰੀਏ ਤਾਂ ਵੀ ਕੋਈ ਗੱਲ ਨਹੀਂ। ਮੈਂ ਤੇ ਕਈ ਇਸ ਤਰ੍ਹਾਂ ਦੀਆਂ ਜਮਾਤਾਂ ਹੁਣ ਵੇਖੀਆਂ ਨੇ, ਕਹਿੰਦੇ ਨੇ ਜਿੰਨਾ ਚਿਰ ਉਹ ਕੋਈ ਗ੍ਰਸਤੀ ਨਹੀਂ ਹੁੰਦਾ ਉਹਨਾਂ ਚਿਰ ਕਹਿੰਦੇ ਨਾਮ ਨਹੀਂ ਦਿੰਦੇ। ਹੱਦ ਹੋ ਗਈ। ਇਹਦਾ ਮਤਲਬ ਉਹ ਨਾਮ ਜਿਹੜਾ ਹੈ ਅੱਧੇ ਲੋਕਾਂ ਲਈ ਤੇ ਦੂਜਿਆਂ ਲਈ ਨਹੀਂ ਰਹੇਗਾ। ਕਿਵੇਂ ਦਾ ਨਾਮ ਹੋ ਸਕਦਾ ਹੈ? ਜਿੰਨਾ ਚਿਰ ਉਹ ਗ੍ਰਸਤੀ ਨਹੀਂ ਹੁੰਦੇ ਉਹਨਾਂ ਚਿਰ ਉਹ ਧਰਮੀ ਨਹੀਂ ਹੋਣਗੇ। ਜਿੰਨਾ ਚਿਰ ਉਹ ਗ੍ਰਸਤੀ ਨਹੀਂ ਹੁੰਦੇ ਉਹਨਾਂ ਚਿਰ ਉਹ ਸਵਾਸ ਨਹੀਂ ਲੈਣਗੇ। ਇਹਦੀ ਜ਼ਰੂਰਤ ਹੈ ਜੀਵਨ ਨੂੰ, ਨਾ ਕਿ ਇਹ ਸਾਡੀ ਮਰਜ਼ੀ ਤੇ ਡਿਪੈਂਡ ਹੈ, ਇਹ ਸਾਡੇ ਫੈਸਲੇ ਤੇ ਡਿਪੈਂਡ ਨਹੀਂ ਕਿ ਅਸੀਂ ਸਵਾਸ ਲੈਣਾ ਕਿ ਨਹੀਂ ਲੈਣਾ, ਉਹ ਤੇ ਲੈਣਾ ਹੀ ਪੈਣਾ। ਇਸ ਤਰ੍ਹਾਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਇਹ ਕੋਈ ਸਾਡੀ ਆਪਣੀ ਮਰਜ਼ੀ ਤੇ ਡਿਪੈਂਡ ਨਹੀਂ। ਨਾਮ ਜਪਣਾ, ਧਿਆਨ ਜੋੜਨਾ ਨਾਮ ਨਾਲ, ਇਹ ਜ਼ਰੂਰਤ ਹੈ ਮਨੁੱਖ ਦੇ ਜੀਵਨ ਦੀ। ਕਿਉਂ? ਕਿਉਂਕਿ ਸਾਡੇ ਵਿੱਚ ਜਿਹੜੀ ਲਗਾਤਾਰ ਨਿਰੰਤਰ ਇੱਕ ਸ਼ਕਤੀ ਨਿਕਲ ਰਹੀ ਹੈ, ਉਹਨੂੰ ਜਿੰਨਾ ਚਿਰ ਅਸੀਂ ਨਿਕਾਸ ਨਾ ਦਿੱਤਾ ਤਾਂ ਉਹ ਸ਼ਕਤੀ ਸਾਡੇ ਵਿੱਚ ਉਲਝਣਾ ਪਾਉਂਦੀ, ਉਹ ਹੀ ਈਰਖਾ ਪੈਦਾ ਕਰਦੀ, ਉਹ ਹੀ ਨਿੰਦਕ ਬਣਾਉਂਦੀ ਸਾਨੂੰ, ਉਹ ਹੀ ਕਾਮੀ ਕ੍ਰੋਧੀ ਕਰਦੀ ਹੈ। ਨਾਮ ਕੀ ਕਰਦਾ, ਗੁਰਬਾਣੀ ਕੀ ਕਰਦੀ? ਉਸ ਸ਼ਕਤੀ ਦੀ ਜਿੰਨੀ ਲੋੜ ਹੈ ਸਰੀਰ ਵਿੱਚ ਰੱਖ ਲੈਂਦੀ, ਬਾਕੀ ਨੂੰ ਨਿਕਾਸ ਕਰ ਦਿੰਦੀ ਬ੍ਰਹਿਮੰਡ ਦੇ ਵਿੱਚ। ਫਿਰ ਉਹ ਸ਼ਾਂਤ ਹੋ ਜਾਂਦਾ ਮਨੁੱਖ।
ਇਕਾਗਰ ਹੋ ਜਾਂਦਾ। ਤਾਂ ਇਹ ਜ਼ਰੂਰਤ ਹੈ, ਜਿੰਨਾ ਚਿਰ ਕੋਈ ਪ੍ਰੇਮ ਵਿੱਚ ਨਹੀਂ ਜੁੜਦਾ ਉਹਨਾਂ ਚਿਰ ਉਹ ਈਰਖਾ ਵਿੱਚ, ਨਿੰਦਿਆ ਵਿੱਚ, ਕਾਮ ਕ੍ਰੋਧ ਵਿੱਚ ਲੱਗਾ ਰਹੇਗਾ। ਜ਼ਰੂਰਤ ਇਹ ਹੈ ਕਿ ਉਹ ਗੁਰੂ ਚਰਨਾਂ ਨਾਲ ਜੁੜੇ, ਤਾਂ ਹੀ ਇਸ ਨਿੰਦਿਆ ਦੇ ਦੋਖ ਤੋਂ, ਰੋਗ ਤੋਂ ਬਚ ਸਕਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਹਿੰਦੇ, ਨਹੀਂ ਤਾਂ ਉਸ ਨਿੰਦਕ ਦੀ ਕਿਰਤ ਬਣ ਜਾਂਦੀ ਨਿੰਦਿਆ ਕਰਨੀ, ਦੁਕਾਨ ਬਣ ਜਾਂਦੀ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥੀਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਫਿਰ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਉਹ ਉਹਦੇ ਜੀਵਨ ਦਾ, ਉਸ ਨਿੰਦਕ ਦੇ, ਈਰਖਾਲੂ ਦੇ ਜੀਵਨ ਦਾ ਫੈਸਲਾ ਆਪ ਕਰਦਾ ਹੈ। ਹਜ਼ੂਰ ਕਹਿੰਦੇ, ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ। ਗੁਰਮੁਖਾਂ ਦੇ ਦੋਖੀ ਦਾ, ਈਰਖਾਲੂ ਦਾ ਜਿਹੜਾ ਚਿਹਰਾ ਹੈ ਨਾ ਸਾਧ ਸੰਗਤ ਜੀ, ਉਹ ਵਿਗੜ ਜਾਂਦਾ ਹੈ, ਉਹਦਾ ਸੁਭਾਅ ਵਿਗੜ ਜਾਂਦਾ ਹੈ, ਉਹਦਾ ਚਿਹਰਾ ਭ੍ਰਿਸ਼ਟ ਹੋ ਜਾਂਦਾ ਹੈ, ਉਹਦੇ ਸ਼ਬਦ ਅਵਾ ਤਵਾ ਹੋ ਜਾਂਦੇ ਨੇ, ਉਹਦੀ ਜ਼ਿੰਦਗੀ ਦਾ ਬੈਲੈਂਸ ਹਿੱਲ ਜਾਂਦਾ ਸਾਰਾ। ਵਿਗੜ ਰੂਪ ਹੋ ਜਾਏ, ਉਹਦਾ ਰੂਪ, ਉਹਦਾ ਸੁਭਾਅ, ਉਹਦੇ ਖਿਆਲ ਸਾਰੇ ਵਿਗੜ ਜਾਂਦੇ ਨੇ, ਹਿੱਲ ਜਾਂਦੇ ਨੇ, ਬੇਤਰਤੀਬ ਹੋ ਜਾਂਦੇ ਨੇ। ਸੰਤ ਕੇ ਦੋਖੀ ਕੋ ਦਰਗਾਹ ਮਿਲੈ ਸਜਾਏ। ਵਾਹਿਗੁਰੂ ਦੀ ਦਰਗਾਹ ਵਿੱਚ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹਨੂੰ ਕਈ ਪ੍ਰਕਾਰ ਦੀ ਸਜ਼ਾ ਦਿੱਤੀ ਜਾਂਦੀ ਹੈ। ਹਜ਼ੂਰ ਕਹਿੰਦੇ, ਸੰਤ ਕਾ ਦੋਖੀ ਸਦਾ ਸਹਿਕਾਈਐ। ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ। ਕਿੰਨੇ ਭਿਆਨਕ ਸ਼ਬਦ ਇਹ ਉਹਦੇ ਸਰੂਪ ਇੱਥੇ ਦਰਜ ਕੀਤੇ ਗਏ ਨੇ। ਕਹਿੰਦੇ ਸਹਿਕਾਉਂਦਾ ਰਹਿੰਦਾ, ਨਾ ਉਹ ਮਰਦਾ ਹੈ ਨਾ ਉਹ ਜਿਉਂਦਾ ਹੈ। ਇਸ ਤਰ੍ਹਾਂ ਦੀ ਹਾਲਤ ਇਹ ਸਰੀਰ ਦੀ ਘਟਨਾ ਨਹੀਂ ਲਿਖ ਰਿਹਾ ਸਤਿਗੁਰੂ। ਅਸਲ ਵਿੱਚ ਉਹ ਇੰਨਾ ਅੰਦਰ ਦੁੱਖ ਵਿੱਚ ਰਹਿੰਦਾ ਕਿ ਨਾ ਉਸ ਨੂੰ ਜੀਵਨ ਪੂਰੀ ਤਰ੍ਹਾਂ ਜੀਵਿਆ ਜਾਂਦਾ ਤੇ ਨਾ ਉਸ ਨੂੰ ਮੌਤ ਆਉਂਦੀ। ਅੱਧ ਵਿੱਚ ਲਟਕਿਆ ਰਹਿੰਦਾ ਹੈ ਔਰ ਸਹਿਕਾਉਂਦਾ ਰਹਿੰਦਾ ਹੈ। ਹਜ਼ੂਰ ਕਹਿੰਦੇ, ਸੰਤ ਕੇ ਦੋਖੀ ਕੀ ਪੁਜੈ ਨਾ ਆਸਾ। ਉਹਦੇ ਜੀਵਨ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਵੀ ਵਿੱਚੇ ਰਹਿੰਦੀਆਂ, ਪੂਰੀਆਂ ਨਹੀਂ ਹੁੰਦੀਆਂ। ਸੰਤ ਕਾ ਦੋਖੀ ਉੱਠ ਚਲੈ ਨਿਰਾਸ਼ਾ। ਵੈਸੇ ਤੇ ਬਹੁਤਾ ਸੰਸਾਰ ਇਥੋਂ ਨਿਰਾਸ਼ ਹੀ ਮੁੜਦਾ ਹੈ, ਨਿਰਾਸ਼, ਉਦਾਸ, ਗਮਗੀਨ, ਕਿਉਂਕਿ ਜਿਹੜੇ ਕਾਰਜ ਵਾਸਤੇ ਆਇਆ ਸੀ ਉਹਨੂੰ ਹੱਥ ਵੀ ਨਹੀਂ ਲਾ ਕੇ ਵੇਖਿਆ, ਇਸ ਕਰਕੇ ਨਿਰਾਸ਼ ਹੀ ਹੋਏਗਾ ਨਾ। ਕੋਈ ਆਦਮੀ 1000 ਕਿਲੋਮੀਟਰ ਸਫ਼ਰ ਕਰਕੇ ਜਾਏ, ਉੱਥੋਂ ਕੋਈ ਹੀਰਾ ਖਰੀਦ ਕੇ ਲਿਆਉਣਾ ਹੋਵੇ, ਧਨ ਵੀ ਕੋਲ ਹੋਵੇ ਖਰੀਦਣ ਦਾ, 1000 ਕਿਲੋਮੀਟਰ ਜਾਏ, ਜਾਂਦਿਆਂ ਸਾਰ ਭੁੱਲ ਜਾਏ ਵੀ ਇੱਥੋਂ ਹੀਰਾ ਖਰੀਦਣਾ ਸੀ, ਖਾਲੀ ਹੱਥ ਵਾਪਸ ਮੁੜ ਜਾਏ, 1000 ਕਿਲੋਮੀਟਰ ਵਾਪਸ ਫਿਰ ਤੁਰੇ, ਤਾਂ ਉਹ ਗਮਗੀਨ ਤਾਂ ਹੋਏ ਗਏ, ਕਿਉਂਕਿ ਜਿਸ ਕਾਰਜ ਵਾਸਤੇ ਗਿਆ ਸੀ ਉਹਨੂੰ ਕਰਨ ਲਈ ਉਹਦੇ ਕੋਲ ਪੂੰਜੀ ਵੀ ਸੀ। ਇਸ ਧਰਤੀ ਤੇ ਜਦੋਂ ਅਸੀਂ ਆਏ ਤਾਂ ਸਾਡੇ ਕੋਲ ਸਵਾਸਾਂ ਰੂਪੀ ਧਨ ਵੀ ਹੈ ਸੀ ਨਾਮ ਦੇ ਹੀਰੇ ਨੂੰ ਖਰੀਦਣ ਵਾਸਤੇ, ਪਰ ਇੱਥੇ ਆ ਕੇ ਭੁੱਲ ਗਏ, ਵਾਪਸ ਮੁੜ ਗਏ, ਖਾਲੀ ਹੱਥ ਮੁੜੇ ਤਾਂ ਨਿਰਾਸ਼ਾ ਆਉਣੀ ਸੁਭਾਵਿਕ ਸੀ। ਇਸ ਕਰਕੇ ਕਹਿੰਦੇ ਉਹ ਨਿਰਾਸ਼ ਹੋ ਕੇ ਮੁੜਦੇ। ਸਹਿਬ ਕਹਿੰਦੇ, ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਇ, ਜੈਸਾ ਭਾਵੈ ਤੈਸਾ ਕੋਈ ਹੋਏ। ਕਹਿੰਦੇ ਨੇ, ਇਹ ਸੰਸਾਰ ਦੇ ਲੋਗੋ, ਕਦੀ ਗੁਰਮੁਖਾਂ ਦੀ ਨਿੰਦਿਆ ਦਾ ਦੋਖ, ਈਰਖਾ ਦਾ, ਇਹਦੇ ਨਾਲ ਕਦੀ ਤ੍ਰਿਸ਼ਟੈ, ਭ੍ਰਸ਼ਟ ਨਾ ਹੋਣਾ, ਕਦੀ ਭਾਵ ਇਹ ਨਾ ਕਰਨਾ, ਕਿਉਂਕਿ ਫਿਰ ਇਉਂ ਕਹੋ ਜੈਸਾ ਕੋਈ ਭਾਵ ਹੈ, ਜਿੰਨੀ ਉਹਨੂੰ ਕਹਿ ਲਈਏ ਕਿ ਦੁੱਖ ਹੈ ਉਹ ਹੀ ਘੱਟ ਹੈ, ਵੱਧ ਤੋਂ ਵੱਧ ਉਹਦੇ ਜੀਵਨ ਵਿੱਚ ਫਿਰ ਇਹ ਪਰਮਾਤਮਾ ਦੀ ਕਰੋਪੀ ਹੈ। ਸਹਿਬ ਕਹਿੰਦੇ, ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਉਹਦੀ ਕਿਰਤ ਭਾਵ ਕਰਮ ਲੜੀ ਵਿੱਚ, ਕਿਉਂਕਿ ਕਿਰਤ ਬੜੀ ਮਹਾਨ ਹੈ, ਖਿਆਲ ਰੱਖਣਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਹ ਜਿਹੜੇ ਕਿਰਤ ਸ਼ਬਦ ਹੈ ਨਾ, ਜਾਂ ਕਤਿਕ ਸ਼ਬਦ ਬਣਿਆ, ਕਤਿਕ ਸ਼ਬਦ ਜਿਹੜਾ, ਜਿਵੇਂ ਆਪਾਂ ਕੋਈ ਚੀਜ਼ ਕੱਤਨੇ ਆ, ਪਹਿਲਾਂ ਕੱਤਿਆ ਜਾਂਦਾ ਸੀ, ਚਰਖਾ ਕੱਤਿਆ ਜਾਂਦਾ ਸੀ,
ਤੇ ਉਹ ਜਦੋਂ ਕੱਤਿਆ ਜਾਂਦਾ ਸੀ ਉਹਦਾ ਇੱਕ ਇੱਕ ਤੰਦ ਖਿੱਚ ਕੇ ਸੂਤਰ ਬਣਾਇਆ ਜਾਂਦਾ ਸੀ। ਸੂਤਰ ਬਣਾ ਕੇ ਫਿਰ ਉਹਦਾ ਕੱਪੜਾ ਇੱਕ ਇੱਕ ਤੰਦ ਖਿੱਚ ਕੇ ਤਿਆਰ ਕੀਤਾ ਜਾਂਦਾ। ਜੀਵਨ ਸਾਡਾ ਜਿਹੜਾ ਅੰਦਰਲਾ ਸੁਭਾਅ ਹੈ ਨਾ, ਅਸੀਂ ਇੱਕ ਇੱਕ ਮਿੰਟ ਬਾਅਦ ਉਹਨੂੰ ਕੱਤ ਰਹੇ ਹਾਂ, ਬਣਾ ਰਹੇ ਹਾਂ। ਜਿਵੇਂ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਵਰਤਾਵ ਕਰਨੇ, ਉਵੇਂ ਦਾ ਸਾਡੇ ਜੀਵਨ ਦਾ ਕੱਪੜਾ ਕੱਤਿਆ ਜਾ ਰਿਹਾ, ਉਵੇਂ ਦਾ ਅਸੀਂ ਜੀਵਨ ਦਾ ਕੱਪੜਾ ਤਿਆਰ ਕਰ ਰਹੇ ਹਾਂ। ਇਸ ਕਰਕੇ ਜਿਹੜੀ ਕਿਰਤ ਹੈ ਉਹਨੂੰ ਫਿਰ ਤੋੜਨਾ ਸਰਲ ਨਹੀਂ ਹੈ। ਉਹ ਤਾਂ ਸਿਰਫ ਫਿਰ ਇਉਂ ਕਹੋ ਵੀ ਇਸ ਰਾਹ ਦੇ ਉੱਤੇ ਇੱਕੋ ਹੀ ਰਸਤਾ ਹੈ ਕਿ ਬੰਦਾ ਗੁਰੂ ਦੇ ਦਰਵਾਜ਼ੇ 'ਤੇ ਬੈਠਾ ਰਹੇ, ਜੇ ਮਾਰ ਕੱਢੇ ਵੀ ਧਿਆਈ, ਉਹਦੇ ਦਰ 'ਤੇ ਬੈਠਾ ਰਹੇ, ਹੋਰ ਕੋਈ ਰਸਤਾ ਨਹੀਂ। ਕਿਰਤ ਨੂੰ ਤੋੜਨਾ ਅਤ ਕਠਿਨ ਹੈ, ਔਰ ਗੁਰੂ ਇਸ ਕੰਮ ਨੂੰ ਫਿਰ ਚੁਣ ਲੈਂਦਾ ਹੈ। ਜੇ ਕੋਈ ਦੀ ਸ਼ਰਨ ਵਿੱਚ ਆਵੇ ਤਾਂ ਇੱਕ ਇੱਕ ਤੰਦ ਕਰਕੇ, ਇਹ ਹੁਣ ਗੁਰੂ ਦੀ ਮਰਜ਼ੀ ਹੈ ਕਿ ਸਾਰੀਆਂ ਤੰਦਾਂ ਇਕੱਠੀਆਂ ਵੀ ਕੱਢ ਸਕਦਾ, ਪਰ ਇਹ ਉਸ ਮਨੁੱਖ ਦੇ ਜੀਵਨ 'ਤੇ ਡਿਪੈਂਡ ਕਰਦਾ, ਉਹ ਕਿੰਨੀ ਕੁ ਉਹਦੇ ਵਿੱਚ ਗੁਰੂ ਦੀ ਮਾਰ ਸਹਿਣ ਦੀ ਸਮਰੱਥਾ ਹੈ, ਕਿੰਨਾ ਕੁ ਉਹ ਗੁਰੂ ਦਾ ਵਜਨ ਸਹਿ ਸਕਦਾ, ਇਹ ਉਹਦੇ 'ਤੇ ਡਿਪੈਂਡ ਕਰਦਾ। ਤਾਂ ਨਾਨਕ ਜਾਣੈ ਸੱਚਾ ਸੋਏ, ਇੱਥੋਂ ਤੱਕ ਨਾਨਕ ਜਾਣੈ ਸੱਚਾ ਸੋਏ, ਇਹ ਪੰਕਤੀ ਬੜੀ ਮਹੱਤਵਪੂਰਨ। ਜੋ ਮੈਂ ਵਿੱਚ ਕਿਹਾ ਸੀ ਕਿ ਸਤਿਗੁਰੂ ਜਜਮੈਂਟ ਨਹੀਂ ਕਰਦੇ, ਫੈਸਲਾ ਨਹੀਂ ਲੈਂਦੇ, ਉਹ ਇਸ ਪੰਕਤੀ ਦੇ ਵਿੱਚ ਪ੍ਰਗਟ ਹੋ ਗਿਆ। ਗੁਰੂ ਅਰਜਨ ਦੇਵ ਜੀ ਨੇ ਨਿੰਦਕ ਦੇ ਇੰਨੇ ਸਜ਼ਾਦਾਇਕ ਤੇ ਭਿਅੰਕਰ ਰੂਪ ਬਿਆਨੇ ਨੇ ਕਿ ਨਿੰਦਕ ਨੂੰ, ਦੋਖੀ ਨੂੰ ਇਹ ਹੋ ਜਾਂਦਾ, ਇਹ ਹੋ ਜਾਂਦਾ, ਪਰ ਸਾਰਾ ਕੁਝ ਕਹਿ ਕੇ 7ਵੇਂ ਨੰਬਰ ਅੰਕ ਦੇ ਵਿੱਚ ਪਿੱਛੇ ਜਾ ਕੇ ਕਿਹਾ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਾਨਕ ਜਾਣੈ ਸੱਚਾ ਸੋਏ। ਇਹ ਕਿਵੇਂ ਹੋ ਰਿਹਾ ਤੇ ਕੀ ਹੋ ਰਿਹਾ? ਕਹਿੰਦੇ ਸੱਚਾ ਜਾਣੇ ਉਹਦਾ ਕੰਮ ਹੈ, ਮੈਂ ਤੇ ਸਿਰਫ ਬਿਆਨ ਹੀ ਕੀਤਾ। ਵਿੱਚੋਂ ਨਿਕਲ ਗਏ, ਪਾਸੇ ਹੋ ਗਏ। ਇਹ ਅਸ਼ਟਪਦੀ ਉਚਾਰ ਕੇ ਵਿੱਚੋਂ ਸਾਈਡ ਤੇ ਹੋ ਗਏ। ਹੋ ਸਕਦਾ ਅਸੀਂ ਇਹਦੇ ਵਿੱਚ ਫਸ ਜਾਈਏ, ਅਸੀਂ ਇਸ ਤੁਕ ਤੋਂ ਬਚ ਜਾਈਏ ਤੇ ਦੂਜੀਆਂ ਤੁਕਾਂ ਵਿੱਚ ਫਸ ਜਾਈਏ। ਨਿੰਦਕ ਨੂੰ ਅਸੀਂ ਮਾੜਾ ਭਲਾ ਕਹਿਣਾ, ਉਹਦੇ ਵਿੱਚ ਰਸ ਪ੍ਰਤੀਤ ਹੋਵੇ, ਅਸੀਂ ਆਪਣਾ ਗੁੱਸਾ ਕੱਢ ਲੈਂਦੇ ਹਾਂ ਪਾਠ ਵਿੱਚੋਂ। ਨਿੰਦਕ ਨੂੰ ਇਹ ਹੋ ਜਾਂਦਾ, ਜਿਹੜਾ ਸਾਡਾ ਵਿਰੋਧੀ ਹੁੰਦਾ ਉਹਨੂੰ ਅਸੀਂ ਨਿੰਦਕ ਕਹਿੰਦੇ ਹਾਂ, ਆਪ ਅਸੀਂ ਬ੍ਰਹਮ ਗਿਆਨੀ ਹੋ ਜਾਂਦੇ। ਅਸੀਂ ਇਸ ਤਰ੍ਹਾਂ ਆਪਣਾ ਜਿਹੜਾ ਕ੍ਰੋਧ ਹੈ ਨਾ, ਸ਼ਬਦਾਂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਵੀ ਕ੍ਰੋਧ ਹੀ ਕੱਢਦੇ ਹਾਂ, ਪ੍ਰੇਮ ਨਹੀਂ ਪ੍ਰਗਟ ਕਰਦੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ, ਉਹ ਇੰਨਾ ਕੁਝ ਕਰਕੇ ਵੀ ਕਹਿੰਦੇ ਨਾਨਕ ਜਾਣੈ ਸੱਚਾ ਸੋਏ। ਮੈਂ ਨਹੀਂ ਕਹਿੰਦਾ ਨਿੰਦਕ ਹੈ ਕਿ ਬ੍ਰਹਮ ਗਿਆਨੀ, ਜੋ ਹੈ ਤੇਰਾ ਹੀ ਬਣਾਇਆ। ਇਹਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੰਨੀਆਂ ਬਖਸ਼ਾਂ ਕਰਕੇ ਵੀ ਉਹ ਆਪਣੇ ਆਪ ਨੂੰ ਸਾਈਡ ਤੇ ਕਰ ਲੈਂਦੇ। ਤਾਂ ਸਤਿਗੁਰੂ ਅੱਗੇ ਫਿਰ 8ਵੇਂ ਪਦੇ ਵਿੱਚ ਇਸ ਸਾਰੀ ਅਸ਼ਟਪਦੀ ਨੂੰ ਕਵਰ ਕਰਦੇ ਨੇ, ਕਿਉਂਕਿ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਮਨੁੱਖ ਨੂੰ ਬਹੁਤ ਗਹਿਰੀ ਚੋਟ ਮਾਰਦੇ ਨੇ। ਹੁਣ ਉਹਦੇ ਵਾਸਤੇ ਥੋੜ੍ਹਾ ਜਿਹਾ ਮਲਮ ਦੀ ਵਰਤੋਂ ਕਰਦੇ। ਹਜ਼ੂਰ ਕਹਿੰਦੇ ਸਭ ਕਟ ਤਿਸ ਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਾਰੇ ਸਰੀਰ ਉਹਦੇ ਬਣਾਏ ਹੋਏ ਨੇ, ਉਹ ਹੀ ਉਹਨਾਂ ਵਿੱਚ ਕਰਨਾ ਦੇ ਭਾਵ ਵਰਤ ਰਿਹਾ, ਉਸ ਨੂੰ ਸਦਾ ਸਦਾ ਸਾਡੀ ਕਹਿੰਦੇ ਨਮਸਕਾਰ ਹੈ, ਉਹਨੂੰ ਅਸੀਂ ਨਮਸਕਾਰ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਾਣੇ ਅਣਜਾਣੇ ਵਿੱਚ ਸਾਡੇ ਤੋਂ ਵੀ ਇਹ ਈਰਖਾ ਹੋ ਜਾਂਦੀ ਹੈ ਜੋ ਇੱਥੇ ਲਿਖੀ ਹੋਈ ਹੈ। ਕਿਤੇ ਨਾ ਕਿਤੇ ਅਸੀਂ ਵੀ ਨਿੰਦਿਆ ਕਰ ਦਿੰਦੇ ਹਾਂ, ਆਪ ਜੀ ਕਿਰਪਾ ਕਰਕੇ ਕੋਈ ਉਪਦੇਸ਼ ਬਖਸ਼ੋ ਜਿਹਦੇ ਨਾਲ ਸਾਡੇ ਵਿੱਚੋਂ ਇਹ ਸੂਖਸ਼ਮ ਮਾਤਰ ਈਰਖਾ ਤੇ ਨਿੰਦਿਆ ਦੀ ਮੈਲ ਜਿਹੜੀ ਖਾਰਜ ਹੋ ਜਾਏ। ਤਾਂ ਸਤਿਗੁਰੂ ਉਹਦੇ ਬਾਰੇ ਕਹਿੰਦੇ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਬਸ ਇੱਕੋ ਹੀ ਤਰੀਕਾ, ਤੁਸੀਂ ਪ੍ਰਭੂ ਦੀ ਉਸਤਤ ਦਿਨ ਰਾਤ ਕਰਦੇ ਰਹੋ, ਵਡਿਆਈ ਕਰਦੇ ਰਹੋ, ਸੁਚੇਤ ਰਹੋ, ਜਾਗਦੇ ਰਹੋ, ਤਾਂ ਕਿ ਤੁਹਾਡੇ ਜੀਵਨ ਦਾ ਧਨ ਜਿਹੜਾ ਉਹ ਖਰਾਬ ਨਾ ਹੋਵੇ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਹਜ਼ੂਰ ਕਹਿੰਦੇ ਤਿਸ ਹੈ ਧਿਆਵੋ ਸਾਸ ਗਿਰਾਸ। ਉਹਨੂੰ ਇੱਕ ਇੱਕ ਸਵਾਸ ਦੇ ਨਾਲ, ਇੱਕ ਇੱਕ ਗਿਰਾਸ ਦੇ ਨਾਲ, ਭਾਵ ਸਾਰਾ ਸਮਾਂ ਉਸ ਨੂੰ ਧਿਆਨ ਵਿੱਚ ਰੱਖੋ।
सब कछ वरतै तिस का किया, जैसा करे तैसा को थीया। फिर उन्होंने गुरसिखा ने सवाल किया, महाराज जदों किसी अपराधी नूं अकिरत घण नूं वेखीए फिर उन्होंने वेख के उहदी निंदिया साडे विच फिर पैदा हो जाएगी, उत्थे की करिए अपने आप नूं बचाउण वास्ते? कहंदे उत्थे इस ख्याल विच रखो कि सब कुछ वरतै तिसका किया, ओहदा कीता होई सब कुछ वरत रहा, जैसा करे तैसा को थीया। ये निंदक जिहड़े ने ये भी तुसीं आप ही इधर लाए ने। इस तरह के भाव विच रहो, अपने आप नूं तुसीं सुरक्षित रखण वास्ते, बचाउण वास्ते इस तरह के ख्यालात विच रहो। साहब कहंदे अपना खेल आप करना हार, दूसर कौन कहे विचार। कहंदे ये खेल है ते खेल दे विच सारी टीम दे सारे खिलाड़ी इक्को जिहे नहीं हुंदे। वो किहड़ा मशीन विच घड़े गए। संसार कोई किसी कंपनी की काढ़ थोड़ी है कि एक कंपनी विचों टोयटा विचों गड्डियां आईयां, 1000 आईयां, हूबहू सारियां इक्को जिहियां, दूजी कंपनी विचों आईयां सारियां इक्को जिहियां। नहीं, इस तरह की नहीं उहदी फैक्ट्री जिहड़ी है, उहदी टकसाल इस तरह की नहीं। ये टकसाल वांग नहीं संसार पैदा किया गया, ये एक खेल वांग पैदा किया गया है। तो खेल विच जिहड़ी टीम हुंदी, सारे खिलाड़ी कदी इक्को जिहे नहीं हुंदे। कोई वध योग्यता वाला हुंदा, कोई घट वाला, कोई लैफ्ट, कोई राइट, कोई किसी पासे खेडदा, कोई किसी पासे। इत्थे टीमां हन, खिलाड़ी हन, मुकाबले हन, इस तरह खेड चलदी। ये अपना खेल कहंदे आप करना हार, दूसर कौन कहे विचार। ਇਹਦੀ कोई समझ नहीं आती। सिर्फ नाम मात्र संसार में रहन वास्ते ना गुरु साहब ने सिख नूं एक थोड़ा जिहा घेरा दे दिता भी तू विचारधारा के मंडल में इत्थे जिउणा है। ਇਹਦਾ अंत कोई नहीं कि ਇਹਨੂੰ विचारां नाल वेख्या जा सकता संसार। ਇਹਨੂੰ जे किसे वेखना तो विचारां द्वारा नहीं, ਇਹਨੂੰ जे किसे वेखना तो निर्विचार हो के वेख सकदा। उत्थों कुछ ना कुछ फैसले फिर भी हथ विच। इसनूं समझ के नहीं समझा जा सकता। इस संसार नूं जे कुछ ना कुछ समझ विच पाउणा होवे ते समझ तो पार जाना पैंदा, अगे जाके कुछ ना कुछ हथ विच। इस तरह कहंदे कि समझिया समझ विच नहीं आउंदा, विचारिया विचार विच नहीं आउंदा। इहदा कोई अंत नहीं, उहदी बेअंत खेड है। सिर्फ उहदे अगे नमस्कार करनी बनदी। हजूर सच्चे पातशाह कहंदे जिसनों किरपा करै तिस आपन नाम दे। इस इन्ने वड्डे अडंबर दे विच जिहदे ते किरपा कर दिंदा, रहमत कर दिंदा, उस नूं किहड़ी दात दिंदा। किसे नूं कुछ दे दिंदा, किसे नूं कुछ, किसे नूं धन दे दिंदा, किसे नूं धाम, किसे नूं सियाणप, किसे नूं वडियाई, किसे नूं कुछ। पर जिहदे ते सब तो ज़्यादा दयालु हुंदा उहनूं अपने नाम दी दात दिंदा। जिस नूं किरपा करै तिस आपन नाम दे बड़ भागी, नानक जन से। वो मनुख बहुत वड्डे भागां वाले हन, बेअंत भागां वाले हन, और उन्हां दा जीवन जिहड़ा है सफल हो जाता है। आओ हजूर दे चरनां विच 1-2 मिनट वास्ते जोदड़ी बेनती करिए। सारिਆਂ ने एकाग्र चित हो के बोलन का यतन करना। वाहिगुरू 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 वाहिगुरू। भुलां चुकां दी खिमा। वाहिगुरू जी का खालसा, वाहिगुरू जी की फतेह।